ਆਖਾਂ ਜੀਵਾ ਵਿਸਰੈ ਮਰ ਜਾਉ। ਆਖਣ ਔਖਾ ਸਚ ਨਾਉ। ਸਾਚੇ ਨਾਮ ਕੀ ਲਾਗੈ ਭੂਖ। ਉਤ ਭੂਖੈ ਖਾਏ ਚੱਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੈ ਨਾਏ। ਰਹਾਉ ਸਾਚੇ ਨਾਮ ਕੀ ਤਿਲ ਵਡਿਆਈ। ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ। ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ। ਦੇਂਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ। ਨਾ ਕੋ ਹੋਆ ਨਾ ਕੋ ਹੋਏ। ਜੇ ਵਡ ਆਪ ਤੇ ਵਡ ਤੇਰੀ ਦਾਤ। ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜ਼ਾਤ। ਨਾਨਕ ਨਾਮੈ ਬਾਝ ਸਨਾਤ। ਖਸਮ ਵਿਸਾਰਹਿ ਤੇ ਕਮਜ਼ਾਤ। ਨਾਨਕ ਨਾਮੈ ਬਾਝ ਸਨਾਤ। ਜੁਗੋਂ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰ ਜ਼ਹੂਰ ਸਰਬ ਕਲਾ ਭਰਪੂਰ ਦੀਨ ਦੁਨੀਆ ਦੇ ਰਹਿਬਰ ਕੁੱਲ ਜਹਾਨ ਦੇ ਵਾਲੀ ਸਰਵਰੇ ਕਾਇਨਾਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ। ਤਿਨਾਂ ਦੇ ਮੁਬਾਰਕ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਅਤ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਕਮਲਾਂ ਦੇ ਵਿੱਚ ਜੁੜ ਕੇ ਬੈਠ ਕੇ ਹਾਜ਼ਰੀਆਂ ਭਰਨ ਦਾ ਸੁਭਾਗ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦੀਵਾਨ ਸਜੇ ਹਨ। ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਉਪਰੰਤ ਆਸਾ ਦੀ ਵਾਰ ਦੇ ਕੀਰਤਨ ਹੋਏ। ਕੁਝ ਸਮਾਂ ਅਸੀਂ ਚੱਲ ਰਹੀਆਂ ਲੜੀਵਾਰ ਬਾਣੀ ਦੀ ਵਿਚਾਰ ਦੇ ਵਿੱਚ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣੀ ਹੈ। ਵਿਚਾਰ ਅਧੀਨ ਪਾਵਨ ਸ਼ਬਦ ਜਿਸ ਦਾ ਪਾਠ ਆਪ ਸਭਨਾ ਸੰਗਤਾਂ ਨੇ ਬੜੀ ਇਕਾਗਰਤਾ ਦੇ ਨਾਲ ਸ਼ਰਵਣ ਕੀਤਾ। ਸੋ ਪਾਵਨ ਸ਼ਬਦ ਰਹਿਰਾਸ ਸਾਹਿਬ ਬਾਣੀ ਦੇ ਵਿੱਚ ਦਰਜ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਦੀ ਬਖਸ਼ਿਸ਼ ਕੀਤੀ ਹੈ। ਵਿਚਾਰ ਅਧੀਨ ਸੰਪੂਰਨ ਸ਼ਬਦ ਦੇ ਅੰਦਰ 4 ਬੰਦ ਨੇ। ਸੋ ਦਰ ਬਾਣੀ ਦਾ ਇਹ ਤੀਸਰਾ ਸ਼ਬਦ ਹੈ।
ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸਤਿਗੁਰ ਪਾਤਸ਼ਾਹ ਸਾਨੂੰ ਕੀ ਬਚਨ ਬਖਸ਼ਿਸ਼ ਕਰਦੇ ਨੇ, ਤਿਨਾਂ ਦੀ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਓ ਦਸ਼ਮੇਸ਼ ਪਾਤਸ਼ਾਹ ਕਲਗੀਧਰ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਵੱਲੋਂ ਬਖਸ਼ਿਸ਼ ਕੀਤੀ ਮੁਬਾਰਕ ਫਤਿਹ ਨਾਲ ਸਾਂਝ ਪਾਈਏ। ਦੋਵੇਂ ਹੱਥ ਜੋੜ ਸਨਿਮਰ ਫਤਿਹ ਪ੍ਰਵਾਨ ਕਰੋ। ਦੇਵੋ ਜੀ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਅਧੀਨ ਪਾਵਨ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਦੇ ਅੰਦਰ ਪਾਤਸ਼ਾਹ ਆਖਦੇ ਨੇ, ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ। ਪਾਤਸ਼ਾਹ ਜੀ ਆਖਦੇ ਨੇ, ਹੇ ਮੇਰੀ ਮਾਂ ਮੇਰੀ ਮਾਏ, ਸੋ ਕਿਉਂ ਵਿਸਰੈ, ਤੂੰ ਇਹ ਅਰਦਾਸ ਕਰਕੇ ਉਹ ਪਰਮਾਤਮਾ ਮੈਨੂੰ ਕਦੇ ਭੁੱਲੇ ਨਾ। ਕਿਉਂ ਵਿਸਰੇ ਦਾ ਭਾਵ ਹੈ ਵਿਸਰੇ ਵੀ ਕਿਉਂ, ਮੈਨੂੰ ਐਸਾ ਪਰਮਾਤਮਾ ਵਿਸਰੇ ਹੀ ਕਿਉਂ। ਸਾਚਾ ਸਾਹਿਬ ਸਾਚੇ ਨਾਏ। ਪਾਤਸ਼ਾਹ ਜੀ ਆਖਦੇ ਨੇ, ਜਿਉਂ-ਜਿਉਂ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ-ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ ਮਨ ਦੇ ਵਿੱਚ ਆ ਵਸਦਾ ਹੈ। ਐਸਾ ਪਰਮਾਤਮਾ ਆਪਣੇ ਅੰਦਰੋਂ ਕਦੇ ਵਿਸਰੇ ਨਾ, ਵਿਸਰਨਾ ਚਾਹੀਦਾ ਵੀ ਨਹੀਂ। ਪਾਤਸ਼ਾਹ ਜੀ ਆਖਦੇ ਨੇ, ਜੇਕਰ ਉਹ ਪਰਮਾਤਮਾ ਆਪਣੇ ਅੰਦਰੋਂ ਦੀ ਵਿਸਰ ਜਾਏ ਤੇ ਮੇਰੀ ਅਵਸਥਾ ਮ੍ਰਿਤਕਾਂ ਦੇ ਸਮਾਨ ਹੋ ਜਾਂਦੀ ਹੈ। ਸਤਿਗੁਰੂ ਆਖਦੇ ਨੇ ਪਹਿਲੀਆਂ ਪੰਕਤੀਆਂ ਦੇ ਅੰਦਰ, ਆਖਾਂ ਜੀਵਾਂ, ਜਦੋਂ ਤੱਕ ਉਸ ਪਰਮਾਤਮਾ ਦਾ ਨਾਮ ਮੇਰੀ ਜਿਹਵਾ ਦੇ ਉੱਪਰ ਰਹਿੰਦਾ ਹੈ, ਜਦੋਂ ਤੱਕ ਮੈਂ ਉਸ ਪਰਮਾਤਮਾ ਨੂੰ ਚੇਤਾ ਕਰਦਾ ਹਾਂ, ਪਰਮਾਤਮਾ ਦਾ ਨਾਮ ਸਿਮਰਦਾ, ਤਿਉਂ-ਤਿਉਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ, ਮੇਰਾ ਜੀਵਨ ਚੱਲਦਾ ਹੈ। ਵਿਸਰੈ ਮਰ ਜਾਉਂ, ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ ਭੁੱਲ ਜਾਂਦਾ ਹੈ, ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਇਹ ਕਿਸ ਪ੍ਰਕਾਰ ਦੀ ਮੌਤ ਹੈ? ਗੁਰਬਾਣੀ ਦੇ ਅੰਦਰ ਕੁੱਲ 3 ਪ੍ਰਕਾਰ ਦੀਆਂ ਮੌਤਾਂ ਦਾ ਜ਼ਿਕਰ ਆਇਆ, ਜਿਨ੍ਹਾਂ ਦੇ ਵਿੱਚੋਂ ਇੱਕ ਮੌਤ ਉਹ ਹੈ ਜਿਹੜੀ ਸਭਨਾਂ ਦੇ ਉੱਪਰ ਆਉਣੀ ਹੀ ਆਉਣੀ ਹੈ, ਜਿਹਨੂੰ ਪਾਤਸ਼ਾਹ ਜੀ ਨੇ ਆਖਿਆ ਸੀ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਇਸ ਸੰਸਾਰ ਤੇ ਆਇਆ ਹੈ, ਉਹਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਅਲਵਿਦਾ ਹੋਣਾ ਹੀ ਹੋਣਾ ਹੈ। ਔਰ ਇੱਥੇ ਹੀ ਗੱਲ ਖਤਮ ਨਹੀਂ ਕੀਤੀ। ਪਾਤਸ਼ਾਹ ਜੀ ਆਖਦੇ ਨੇ, ਜਿਸ ਕੇ ਜੀ ਪ੍ਰਾਣ ਹੈ, ਜਿਹਨੇ ਇਹ ਜਿੰਦ ਬਖਸ਼ਿਸ਼ ਕੀਤੀ, ਜਿਹਨੇ ਇਹ ਪ੍ਰਾਣ ਬਖਸ਼ਿਸ਼ ਕੀਤੀ, ਕਿਉਂ ਸਾਹਿਬ ਮਨੋ ਵਿਸਾਰੀਏ। ਆਇਆ ਹੈ, ਆ ਕੇ ਇਸ ਸੰਸਾਰ ਤੋਂ ਚਲੇ ਜਾਏਗਾ। ਮੇਰੇ ਪਾਤਸ਼ਾਹ ਜੀ ਆਖਦੇ ਨੇ, ਪਰ ਜਿਹਨੇ ਇਹ ਜੀਵਨ ਦਿੱਤਾ ਹੈ, ਉਸ ਪਰਮਾਤਮਾ ਨੂੰ ਕਿਵੇਂ ਵਿਸਾਰੀ ਬੈਠਾ ਹੈ, ਕਿਉਂ ਵਿਸਾਰਦਾ ਹੈ? ਜਿਹਨੇ ਜੀਵਨ ਦਿੱਤਾ ਹੈ, ਉਹਨੂੰ ਚੇਤਾ ਰੱਖਣਾ ਬੜਾ ਜ਼ਰੂਰੀ ਹੈ। ਚੇਤਾ ਰੱਖ। ਇੱਕ ਵਿਦਵਾਨ ਨੇ ਬਾ ਕਮਾਲ ਬਿਆਨ ਕੀਤਾ, ਕਹਿੰਦਾ, ਅਸੀਂ ਇਸ ਸੰਸਾਰ ਤੇ ਪੈਦਾ ਹੋਏ ਹਾਂ ਤੇ ਇੱਕ ਦਿਨ ਇਸ ਸੰਸਾਰ ਤੋਂ ਅਸੀਂ ਚਲੇ ਜਾਣਾ। ਇਹ ਜੀਵਨ ਸਾਡੇ ਸਰੀਰ ਦੇ ਖਤਮ ਹੋ ਜਾਣ ਨਾਲ ਮੁੱਕਦਾ ਨਹੀਂ। ਉਹ ਆਖਦਾ ਹੈ ਕਿ ਇਹ ਸਾਡੇ ਸਫ਼ਰ ਦਾ ਹਿੱਸਾ ਹੈ, ਕਿ ਅਸੀਂ ਆਏ ਹਾਂ ਤੇ ਅਸੀਂ ਲੰਘ ਜਾਵਾਂਗੇ, ਪਰ ਇਸ ਆਉਣ ਤੇ ਇਸ ਲੰਘ ਜਾਣ ਦੇ ਵਿਚਕਾਰ ਜੀਵਨ ਹੈ। ਔਰ ਇਸ ਜੀਵਨ ਦੀ ਇੱਕ ਮਹੱਤਤਾ ਹੈ। ਉਹ ਮਹੱਤਤਾ ਪਾਤਸ਼ਾਹ ਜੀ ਨੇ ਬਿਆਨ ਕੀਤੀ ਹੈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਿਹੜਾ ਜੀਵਨ ਮਿਲਿਆ, ਇਹ ਜੀਵਨ ਮਿਲਿਆ ਹੈ ਉਸ ਪਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ, ਮਾਲਕ ਦੇ ਨਾਲ ਜੋੜ ਪਾਉਣ ਦੇ ਵਾਸਤੇ।
ਮਾਲਕ ਦੇ ਨਾਲ एकजुट एक मिक हो जाइए ਇਹਦੇ ਵਾਸਤੇ। ਮੇਰੇ ਪਾਤਸ਼ਾਹ ਜੀ ਆਖਦੇ ਨੇ ਦੇਖ ਸਰੀਰਕ ਮੌਤ ਦੀ ਪਰਵਾਹ ਨਾ ਕਰ, ਇਹਦੇ ਕੋਲੋਂ ਕੋਈ ਨਹੀਂ ਬਚਿਆ ਨਾ ਕੋਈ ਬਚ ਸਕਦਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਗਾਹਾਂ ਆਉਣ ਵਾਲੀ ਮੌਤ ਉਹ ਅਟਲ ਹੈ, ਉਹ ਲਾਜ਼ਮੀ ਹੈ, ਉਹਦੀ ਚਿੰਤਾ ਨਾ ਕਰ। ਜਨਮ ਵੀ ਮਿਲ ਗਿਆ, ਮੌਤ ਦੀ ਚਿੰਤਾ ਨਾ ਕਰ, ਪਰ ਉਹ ਅੱਜ ਕੈ ਕਾਲ, ਅੱਜ ਦੇ ਵੇਲੇ ਨੂੰ, ਹੁਣ ਦੇ ਵੇਲੇ ਨੂੰ ਸੰਭਾਲ। ਤੇ ਕੀ ਆਖਿਆ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਪਰਮਾਤਮਾ ਦਾ ਗੁਣ ਗਾਇਨ ਕਰ, ਬਾਕੀ ਆਪਣੇ ਜੀਵਨ ਦੇ ਜੰਜਾਲ ਛੱਡ। ਕਿਹੜੇ ਜੰਜਾਲ? ਉਹ ਜੰਜਾਲ ਜਿਹੜੇ ਜੰਜਾਲ ਤੈਨੂੰ ਇਸ ਵਹਿਮ ਤੇ ਇਸ ਭਰਮ ਦੇ ਵਿੱਚ ਪਾਉਂਦੇ ਨੇ ਕਿ ਤੂੰ ਕਿਤੇ ਇੱਥੇ ਸਦੀਵ ਟਿਕਿਆ ਰਹੇਗਾ। ਉਹ ਜੰਜਾਲ ਜਿਹੜੇ ਜੰਜਾਲ ਤੈਨੂੰ ਇਸ ਭਰਮ ਦੇ ਵਿੱਚ ਪਾਉਂਦੇ ਨੇ ਵੀ ਜੇ ਤੂੰ ਨਹੀਂ ਬਚੇਗਾ, ਜੇ ਮੈਂ ਨਾ ਬਚਾਂਗਾ ਤਾਂ ਘੱਟੋ ਘੱਟ ਮੇਰਾ ਵੰਸ਼ ਬਚਿਆ ਰਹੇ। ਸਾਡੀ ਘੱਟੋ ਘੱਟ ਸਾਡੀ ਕੋਸ਼ਿਸ਼ ਇਹ ਤਾਂ ਸਭ ਨੂੰ ਪਤਾ ਨਾ ਵੀ ਅਸੀਂ ਇੱਕ ਨਾ ਇੱਕ ਦਿਨ ਸੰਸਾਰ ਤੋਂ ਕੂਚ ਕਰ ਜਾਣਾ। ਇੰਨੀ ਕੁ ਸੱਚਾਈ ਸਾਰੇ ਹੀ ਕਮਾਈ ਬੈਠੇ ਨੇ, ਇੰਨੀ ਕੁ ਸੱਚਾਈ ਤੋਂ ਸਾਰੇ ਜਾਣੂ ਨੇ, ਪਰ ਸਾਨੂੰ ਚਿੰਤਾ ਖਾਂਦੀ ਹੈ ਕਿ ਸਾਡੀ ਪੀੜ੍ਹੀ ਦਾ ਕੀ ਬਣੇਗਾ। ਸਾਨੂੰ ਚਿੰਤਾ ਖਾਂਦੀ ਹੈ ਸਾਡੇ ਵੰਸ਼ ਦਾ ਕੀ ਬਣੇਗਾ, ਸਾਡੀ ਪੀੜ੍ਹੀ ਚੱਲਦੀ ਰਹੇ। ਪਰ ਇਹ ਕੋਈ ਨਹੀਂ ਸੋਚਦਾ ਵੀ ਪੀੜ੍ਹੀ ਚਲਾ ਕੇ ਖੱਟਣਾ ਕੀ ਹੈ। ਜੇ ਮੰਨ ਲਓ ਪੀੜ੍ਹੀ ਚੱਲਦੀ ਰਹੀ ਵੀ ਤੇ ਉਸ ਪੀੜ੍ਹੀ ਦੇ ਚੱਲਣ ਨਾਲ ਤੁਹਾਨੂੰ ਕੀ ਲਾਭ ਹੈ? ਤੁਸੀਂ ਤਾਂ ਸੰਸਾਰ ਤੋਂ ਕੂਚ ਕਰ ਗਏ। ਉਸ ਪੀੜ੍ਹੀ ਦੇ ਚੱਲਦੇ ਰਹਿਣ ਦਾ ਵਹਿਮ ਪਾਇਆ ਹੋਇਆ ਜੀ ਤੁਹਾਨੂੰ। ਉਸ ਇਨਸਾਨ ਨੇ ਜਾਂ ਉਸ ਤਬਕੇ ਨੇ ਜਿਹਨੂੰ ਵਿਪਰ ਆਖਦੇ ਹੈ, ਵਿਪਰ ਨੇ ਪੀੜ੍ਹੀ ਦਾ ਵਹਿਮ, ਪੀੜ੍ਹੀ ਦਾ ਭਰਮ ਕਿਉਂ ਪਾਇਆ? ਉਹਨੇ ਤਾਂ ਪਾਇਆ ਕਿਉਂਕਿ ਉਹਨੇ ਪਿੱਤਰ ਪੁਜਵਾਣੇ ਆ ਤੁਹਾਡੇ ਕੋਲੋਂ। ਜਿਹਨੂੰ ਗੁਰੂ ਸਾਹਿਬ ਨੇ ਆਖਿਆ ਸੀ ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸ਼ਰਾਧ ਕਰਾਹੀ। ਪਿੱਤਰ ਭੀ ਬਪੁਰੇ ਕਹੋ ਕਿਆ ਪਾਵੇ, ਕੂਕਰ ਕਊਏ ਕੂਕਰ ਖਾਹੀ। ਵਿਪਰ ਆਖਦਾ ਆ ਕਿ ਪੀੜ੍ਹੀ ਚਲਦੀ ਰਹਿਣੀ ਚਾਹੀਦੀ ਹੈ, ਕਿਉਂਕਿ ਪਿੱਤਰਾਂ ਨੂੰ ਪਾਣੀ ਅੱਗੇ ਪੀੜ੍ਹੀ ਨੇ ਪੁੱਛਣਾ। ਉਹ ਭਾਵੇਂ ਸੂਰਜ ਨੂੰ ਪਾਣੀ ਦੇਣ, ਉਹ ਭਾਵੇਂ ਸ਼ਰਾਧ ਮਨਾਉਣ, ਉਹ ਭਾਵੇਂ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਆਦਿਕ ਸਾਰੇ ਕਰਮ ਕਰਨ, ਵੀ ਉਹ ਪਿੱਤਰਾਂ ਨੂੰ ਤਾਂ ਲੱਗੇਗਾ ਜੇ ਅੱਗੇ ਪੀੜ੍ਹੀ ਹੋਏਗੀ। ਤੇ ਜੇ ਪੀੜ੍ਹੀ ਨਹੀਂ ਹੈ ਤੇ ਗਾਂ ਪਿੱਤਰ ਕਿਤੇ ਭੁੱਖੇ ਮਰ ਜਾਣਗੇ। ਪਰ ਵਿਚਾਰ ਕਰਨ ਵਾਲੀ ਗੱਲ ਇਹ ਹੈ, ਮੇਰੇ ਪਾਤਸ਼ਾਹ ਜੀ ਆਖਦੇ ਨੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸਾਡੀਆਂ ਚਿੰਤਾਵਾਂ ਸਿਰਫ ਇੱਥੇ ਤੱਕ ਸੀਮਤ ਨਹੀਂ, ਅਸੀਂ ਪਰਲੋਕ ਦੀਆਂ ਚਿੰਤਾਵਾਂ ਵੀ ਨਾਲ ਬੰਨੀ ਬੈਠੇ ਹਾਂ। ਔਰ ਗੁਰੂ ਪਾਤਸ਼ਾਹ ਜੀ ਨੇ ਨਿਤਨੇਮ ਦੇ ਅੰਦਰ ਬੜਾ ਸੁੰਦਰ ਰੱਖਿਆ। ਇਸੇ ਰਹਿ ਰਾਸ ਸਾਹਿਬ ਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਜੀ ਆਖਦੇ ਨੇ ਕਾਹੇ ਰੇ ਮਨ ਚਿਤ ਮੈਂ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਤੂੰ ਕਿਉਂ ਚਿੰਤਾ ਕਰਦਾ ਹੈ? ਉਸ ਪਰਮਾਤਮਾ ਦੇ ਉੱਤੇ ਯਕੀਨ ਰੱਖ। ਤੂੰ ਮਨ ਦੇ ਅੰਦਰ ਚਿੰਤਾਵਾਂ ਦੇ ਉਦਮ ਘੋਲਾ ਕਰਨ ਲੱਗਾ ਹੋਇਆ। ਆਹਰ ਦਾ ਪ੍ਰਬੰਧ ਤਾਂ ਪਰਮਾਤਮਾ ਜੀ ਨੇ ਕੀਤਾ ਹੀ ਹੋਇਆ। ਪਰਮਾਤਮਾ ਜੀ ਨੇ ਪਹਿਲਾਂ ਰਿਜ਼ਕ ਪੈਦਾ ਕੀਤਾ, ਬਾਅਦ ਦੇ ਵਿੱਚ ਜੰਤ ਪੈਦਾ ਕੀਤੇ ਨੇ। ਪਹਿਲਾਂ ਰਿਜ਼ਕ ਬਣਾਇਆ। ਗੁਰੂ ਪਾਤਸ਼ਾਹ ਜੀ ਆਖਦੇ ਨੇ ਇਹ ਚਿੰਤਾਵਾਂ ਤੋਂ ਮੁਕਤ ਹੋ। ਦੇਖ ਸੈਲ ਪੱਥਰ ਮੈਂ ਜੰਤ ਉਪਾਏ। ਪੱਥਰਾਂ ਦੇ ਵਿੱਚ ਵੀ ਜੰਤ ਰਹਿੰਦੇ ਐ। ਹੁਣ ਉਹਨਾਂ ਪੱਥਰਾਂ ਨੂੰ ਖੁਰਾਕ ਪਹੁੰਚਾਉਣ ਦਾ ਕੰਮ ਉਹਨਾਂ ਦੇ ਪਿੱਤਰ ਥੋੜੀ ਕਰਦੇ ਆ। ਉਹ ਤਾਂ ਪਰਮਾਤਮਾ ਦੀ ਖੇਡ ਹੈ ਕਿ ਪੱਥਰਾਂ ਦੇ ਵਿੱਚ ਰਹਿਣ ਵਾਲੇ ਜਨਤਾ ਨੂੰ ਕਿਵੇਂ ਖੁਰਾਕ ਮਿਲਦੀ ਹੈ। ਔਰ ਉਦਾਹਰਣ ਕੇਵਲ ਇੱਥੇ ਥੋੜੀ ਖੜੀ। ਅਗਲੀ ਉਦਾਹਰਣ ਫੇਰ ਦੇ ਦਿੱਤੀ। ਆਖਦੇ ਨੇ ਜਨਨ ਪਿਤਾ ਲੋਕ ਸੁਧ ਬਨਤਾ ਕੋਈ ਨਾ ਕਿਸ ਕੀ ਧਰਿਆ। ਤੂੰ ਇਹ ਵੀ ਚਿੰਤਾਵਾਂ ਦੇ ਵਿੱਚ ਨਾ ਰਹੀ ਵੀ ਤੇਰੇ ਪਰਿਵਾਰ ਦੀ ਪਾਲਣਾ ਤੂੰ ਕਰਦਾ ਆ, ਕਿਤੇ ਇਹੋ ਹੀ ਝੋਰੇ ਦੇ ਵਿੱਚ ਉਲਝਿਆ ਰਹਿ ਜਾਏ। ਅੱਜ ਦੇ ਸਮੇਂ ਦੇ ਅੰਦਰ ਇਨਸਾਨ ਦੀਆਂ ਦੌੜਾਂ ਇੱਥੋਂ ਤੱਕ ਹੀ ਸੀਮਤ ਨੇ। ਜਦੋਂ ਤੱਕ ਜਵਾਨ ਹੈ, ਜਦੋਂ ਤੱਕ ਕੁਵਾਰਾ ਹੈ, ਉਦੋਂ ਤੱਕ ਉਹਦੀਆਂ ਆਪਣੀਆਂ ਖਾਹਿਸ਼ਾਂ ਹੀ ਨਹੀਂ ਪੂਰੀਆਂ ਹੁੰਦੀਆਂ, ਆਪ ਦੀਆਂ ਮਨਸ਼ਾਵਾਂ ਹੀ ਨਹੀਂ ਪੂਰੀਆਂ ਹੁੰਦੀਆਂ, ਆਪ ਦੇ
ਸ਼ੌਂਕ ਹੀ ਨਹੀਂ ਪੂਰੇ ਹੁੰਦੇ। ਜਿੰਨੇ ਨੂੰ ਵਿਆਹ ਹੋ ਗਿਆ, ਵਿਆਹ ਤੋਂ ਬਾਅਦ ਹੁਣ ਉਹਦੇ ਅੰਦਰ ਇੱਕ ਹੋਰ ਚਾਅ ਪੈਦਾ ਹੋਇਆ, ਮੈਂ ਆਪਣੀ ਘਰ ਦੀ ਨੂੰ ਹਰ ਖੁਸ਼ੀ ਲਿਆ ਕੇ ਦਿਆਂ। ਚੰਗੀ ਗੱਲ ਹੈ। ਜਦੋਂ ਸੰਤਾਨ ਪੈਦਾ ਹੋਈ ਤੇ ਅੰਦਰ ਇੱਕ ਹੋਰ ਉਮੰਗ ਪੈਦਾ ਹੋਈ ਕਿ ਮੈਂ ਆਪਣੀ ਸੰਤਾਨ ਨੂੰ ਦੁਨੀਆ ਦੀ ਹਰ ਖੁਸ਼ੀ ਲਿਆ ਕੇ ਦਿਆਂ। ਪਰ ਦੁਨੀਆ ਦੀ ਹਰ ਖੁਸ਼ੀ ਲਿਆ ਕੇ ਦੇਣ ਦਾ ਵੀ ਇਹ ਇੱਕ ਲਾਲਚ ਹੈ ਕਿ ਅਸੀਂ ਆਪਣੀ ਸੰਤਾਨ ਨੂੰ ਸਬਰ ਤੇ ਸੰਤੋਖ ਨਾ ਸਿਖਾਇਆ। ਅਸੀਂ ਆਪਣੀ ਪਤਨੀ ਨੂੰ ਸਬਰ ਦੇ ਵਿੱਚ ਤੇ ਭਾਣੇ ਦੇ ਵਿੱਚ ਰਹਿਣ ਦਾ ਜ਼ਿਕਰ ਹੀ ਨਾ ਕੀਤਾ। ਅਸੀਂ ਇਹ ਕਿਹਾ ਵੀ ਤੂੰ ਮੰਗ, ਮੈਂ ਜਿੱਥੋਂ ਮਰਜ਼ੀ ਲਿਆਵਾਂ ਮੈਂ ਲਿਆ ਕੇ ਦੇਵਾਂਗਾ। ਔਰ ਉਹ ਲਿਆ ਕੇ ਦੇਣ ਦੇ ਚੱਕਰ ਦੇ ਵਿੱਚ ਇਨਸਾਨ ਫਿਰ ਕੁਰਾਹੇ ਪੈਂਦਾ ਹੈ। ਕੁਰਾਹੇ ਪੈਂਦਾ ਹੈ ਜੀ। ਉਹ ਜੇ ਦੁਕਾਨਦਾਰ ਹੈ ਤੇ ਚੀਜ਼ਾਂ ਦੇ ਭਾਅ ਵਧਾ ਦੇਗਾ, ਗਾਹਕਾਂ ਦੇ ਨਾਲ ਤੋਲ ਮੋਲ ਦੇ ਵਿੱਚ ਠੱਗੀ ਕਰੇਗਾ। ਜੇ ਹੋਰ ਤਰੀਕੇ ਦੀਆਂ ਨੌਕਰੀਆਂ ਕਰਦਾ ਤੇ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੇਰ ਫੇਰ ਕਰਕੇ ਵੱਧ ਪੈਸਾ ਕਮਾਉਣ ਦਾ ਹੀਲਾ ਵਸੀਲਾ ਕਰੇਗਾ। ਔਰ ਦੁਨੀਆ ਅੱਜ ਇਸੇ ਖੇਡ 'ਚ ਚੱਲ ਰਹੀ ਹੈ। ਸੰਪਤੀਆਂ ਜੋੜੀਆਂ ਜਾ ਰਹੀਆਂ ਨੇ ਗਾਂ ਆਪਣੀਆਂ ਸੰਤਾਨਾਂ ਦੇ ਵਾਸਤੇ, ਆਪ ਦੀਆਂ ਪੀੜ੍ਹੀਆਂ ਦੇ ਵਾਸਤੇ। ਮੇਰੇ ਪਾਤਸ਼ਾਹ ਆਖਦੇ ਨੇ ਤੂੰ ਇਹ ਭੁਲੇਖੇ 'ਚ ਨਾ ਰਹੀ ਵੀ ਤੇਰਾ ਹੀ ਦਿੱਤਾ ਖਾਂਦੇ ਆ। ਭਾਈ ਮਰਦਾਨਾ ਜੀ ਨੇ ਵੀ ਜਿਸ ਵੇਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਹਿਲੀ ਵਾਰ ਭਾਈ ਮਰਦਾਨਾ ਤੋਂ ਰਬਾਬ ਸੁਣੀ ਸੀ ਨਾ, ਫਿਰ ਭਾਈ ਮਰਦਾਨਾ ਜੀ ਦੇ ਨਾਲ, ਉਦੋਂ ਨਾਮ ਹੈ ਦਾਨਾ, ਤੇ ਦਾਨਾ ਜੀ ਦੇ ਨਾਲ ਜਦੋਂ ਤਾਲਮੇਲ ਬਣਿਆ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ, ਮਰਦਾਨਿਆ ਸੰਸਾਰ ਨੂੰ ਤਾਰਨੇ ਦੇ ਵਾਸਤੇ ਕੀ ਸਾਡੇ ਨਾਲ ਚੱਲੇਗਾ? ਤੂੰ ਰਬਾਬ ਵਜਾਈ, ਅਸੀਂ ਅਕਾਲ ਪੁਰਖ ਦਾ ਸ਼ਬਦ ਗਾਇਨ ਕਰਾਂਗੇ, ਸੰਸਾਰ ਨੂੰ ਸਿੱਧੇ ਮਾਰਗ ਤੇ ਤੋਰਾਂਗੇ। ਤੇ ਭਾਈ ਮਰਦਾਨੇ ਨੇ ਆਪਣੀ ਇਹੀ ਫਿਕਰ ਬਿਆਨ ਕੀਤੀ ਸੀ, ਪਾਤਸ਼ਾਹ ਜ਼ਾਤ ਦਾ ਮਰਾਸੀ ਆ, ਹੋਰ ਕੋਈ ਕੰਮ ਆਉਂਦਾ ਕੋਈ ਨਹੀਂ। ਮੈਂ ਗਾਵਨਾ ਆ ਤੇ ਮੇਰੇ ਗਾਵਿਆਂ ਜੋ ਮੇਰੇ ਕੋਲ ਧੇਲਾ ਇਕੱਠਾ ਹੁੰਦਾ ਹੈ ਉਹਦੇ ਨਾਲ ਮੇਰੇ ਪਰਿਵਾਰ ਦਾ ਗੁਜ਼ਰ ਹੁੰਦਾ ਹੈ। ਤੇ ਜੇਕਰ ਮੈਂ ਤੁਹਾਡੇ ਨਾਲ ਰਬਾਬ ਚੱਕ ਕੇ ਸੰਸਾਰ ਦੀ ਯਾਤਰਾ ਤੇ ਤੁਰ ਪਿਆ ਤੇ ਮਗਰੋਂ ਮੇਰੇ ਪਰਿਵਾਰ ਦਾ ਖਿਆਲ ਕੌਣ ਰੱਖੂ? ਮਗਰੋਂ ਮੇਰੇ ਪਰਿਵਾਰ ਨੂੰ ਰਿਜ਼ਕ ਕੌਣ ਦੇਗਾ? ਮੇਰੇ ਪਰਿਵਾਰ ਨੂੰ ਖਰਚਾ ਕੌਣ ਦੇਗਾ? ਉਹਦੀਆਂ ਲੋੜਾਂ ਕੌਣ ਪੂਰੀਆਂ ਕਰੇਗਾ? ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਇਹੋ ਬੋਲ ਸਨ, ਮਰਦਾਨਿਆ ਇਹ ਨਾ ਭਲਾ ਸੋਚੀ ਕਿ ਕਿਤੇ ਤੇਰਾ ਪਰਿਵਾਰ ਤੇਰੇ ਸਿਰ ਤੇ ਟਿਕਿਆ ਹੈ। ਰਿਜ਼ਕ ਦੇਣ ਵਾਲਾ ਪ੍ਰਮਾਤਮਾ ਹੈ, ਹੀਲੇ ਵਸੀਲੇ ਕਰਨ ਵਾਲਾ ਪ੍ਰਮਾਤਮਾ ਹੈ। ਉਹਨੇ ਆਪ ਇਹ ਕੋਈ ਖੇਡ ਰਚ ਦੇਣੀ ਹੈ। ਤੇ ਖੇਡ ਇਹ ਸੀ ਕਿ ਜਦੋਂ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਤੁਰਿਆ ਤੇ ਉਸ ਵੇਲੇ ਪਿਤਾ ਮਹਿਤਾ ਕਲਿਆਣ ਦਾਸ, ਜਿਨ੍ਹਾਂ ਨੂੰ ਅਸੀਂ ਬੜੇ ਪਿਆਰ ਸਤਿਕਾਰ ਨਾਲ ਕਾਲੂ ਜੀ ਵੀ ਆਖਦੇ ਆ, ਪਿਤਾ ਜੀ ਨੇ ਅੱਗੇ ਭਾਈ ਮਰਦਾਨਾ ਜੀ ਦੇ ਸੰਪੂਰਨ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕੀ। ਜਿਨ੍ਹਾਂ ਘਰਾਂ ਦੇ ਵਿੱਚ ਇਕਲੌਤਾ ਕਮਾਊ ਪੁੱਤਰ ਜਾਂ ਇਕਲੌਤਾ ਕਮਾਊ ਪਿਓ ਵੀ ਚੜ੍ਹਾਈ ਕਰ ਜਾਂਦਾ ਹੈ ਨਾ, ਉਹ ਵੀ ਭੁੱਖੇ ਨਹੀਂ ਰਹਿੰਦੇ, ਉਹਨਾਂ ਨੂੰ ਵੀ ਦਾਣਿਆਂ ਦਾ ਹੀਲਾ ਪ੍ਰਮਾਤਮਾ ਕਰ ਦਿੰਦਾ ਹੈ। ਮੇਰੇ ਗੁਰੂ ਪਾਤਸ਼ਾਹ ਜੀ ਇਹ ਗੱਲ ਆਖ ਰਹੇ ਨੇ ਕਿ ਦੇਖ, ਰਿਜ਼ਕ ਤਾਂ ਤੇਰੇ ਲਈ ਬਣਿਆ ਹੋਇਆ ਹੈ, ਉਹ ਤਾਂ ਤੈਨੂੰ ਮਿਲਣਾ ਹੀ ਮਿਲਣਾ ਹੈ। ਉਦਮ ਕਰੇਗਾ, ਮਿਹਨਤ ਕਰੇਗਾ, ਉਦਮ ਕਰੇਂਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪਹੁੰਚ। ਪਰ ਇਸ ਤੋਂ ਅਗਲੀ ਕੰਡੀਸ਼ਨ ਵੀ ਤੇ ਗੁਰੂ ਸਾਹਿਬ ਨੇ ਲਾਗੂ ਕੀਤੀ ਹੈ ਨਾ, ਧਿਆਨ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉਦਮ ਕਰਨਾ ਕਰ, ਕਮਾਈਆਂ ਕਰਨੀਆਂ ਕਰ, ਪਰ ਇਸ ਉਦਮ ਤੇ ਇਸ ਕਮਾਈ ਦੇ ਨਾਲ ਧਿਆਉਣਾ ਵੀ ਸ਼ੁਰੂ ਕਰ ਦੇ। ਤੇਰੇ ਕਰਮ ਦੇ ਵਿੱਚ ਜਦੋਂ ਤੇਰਾ ਪਰਮਾਤਮਾ ਦਾ ਨਾਮ ਜਪਿਆ ਨਾਲ ਜੁੜੇਗਾ ਨਾ, ਤੇ ਉਹ ਤੇਰੀ ਕਮਾਈ ਜਿਹੜੀ ਹੈ ਨਾ ਉਹ ਪਾਕ ਤੇ ਪਵਿੱਤਰ ਹੋ ਜਾਏਗੀ। ਬਾ ਕਮਾਲ ਬਿਆਨ ਕੀਤਾ। ਕਿਸੇ ਪੁੱਛਿਆ ਕਿ ਕੰਮ ਕਰਦਿਆਂ ਕਿੱਦਾਂ ਪ੍ਰਭੂ ਨੂੰ ਚੇਤਾ ਕਰੀਏ? ਮਾਲਕ ਜੀ ਇਦਾਂ ਕਿੱਦਾਂ ਸੰਭਵ ਹੈ? ਸਾਡੇ ਕੋਲ ਚੌਂਕੜਾ ਲਾਉਣ ਦਾ ਸਮਾਂ ਨਹੀਂ, ਸਾਡੇ ਕੋਲ ਘੜੀ ਦੋ ਘੜੀ ਕੱਢਣ ਦਾ ਸਮਾਂ ਨਹੀਂ, ਅਸੀਂ ਵਿਅਸਤ ਹਾਂ। ਮੇਰੇ ਗੁਰੂ ਪਾਤਸ਼ਾਹ ਜੀ ਨੇ ਬਾ ਕਮਾਲ ਬਿਆਨ ਕੀਤਾ। ਪਾਤਸ਼ਾਹ ਆਖਦੇ ਨੇ ਕਦੇ ਜਵਾਕਾਂ ਨੂੰ ਗੁੱਡੀਆਂ ਉਡਾਉਂਦਿਆਂ ਦੇਖਿਆ? ਨਿੱਕੇ ਨਿੱਕੇ ਜਵਾਕ ਪਤੰਗਾਂ ਉਡਾਉਂਦੇ ਆ, ਵੱਡੇ ਵੀ ਉਡਾਉਂਦੇ ਨੇ। ਉਹਨਾਂ ਨੂੰ ਕਦੇ ਵੇਖਿਓ ਕਿੱਦਾਂ ਉਡਾਉਂਦੇ ਨੇ? ਕਹਿੰਦੇ ਨੇ ਆਨੀਲੇ ਕਾਗਜ਼, ਜਵਾਕਾਂ ਨੇ ਕਾਗਜ਼ ਲਿਆਂਦਾ, ਕਾਟੀਲੇ ਗੁੱਡੀ, ਉਹਨਾਂ ਨੇ ਗੁੱਡੀ ਕੱਟੀ, ਗੁੱਡੀ ਤਿਆਰ ਕੀਤੀ, ਆਕਾਸ਼ ਮੱਦੇ ਡਾਰੀ ਵਾਲੇ, ਤੇ ਗੁੱਡੀ ਤਿਆਰ ਕਰਨ ਤੋਂ ਬਾਅਦ ਉਹਨੂੰ ਡੋਰ ਪਾ ਕੇ ਉਹਨੂੰ ਅਸਮਾਨ 'ਚ ਉਡਾ ਲਿਆ।
ਪਰ ਕੱਲਾ ਪਤੰਗ ਨਹੀਂ ਉਡਾਈ ਜਾ ਰਹੀ। ਕਹਿੰਦੇ ਨੇ ਪੰਚ ਜਨਾਸਿਓ ਬਾਤ ਬਟੂਆ ਚੀਤ ਸੋ ਡੋਰੀ ਰਾਖੀ ਅਲੇ। ਇਹ ਗੱਲ ਦੇਖ ਕਿੱਡੀ ਕਮਾਲ ਦੀ ਹੈ ਕਿ ਪਤੰਗ ਉਡਾਉਂਦੇ ਆ ਆਪਸ ਦੇ ਵਿੱਚ ਬੱਚੇ ਗੱਲਾਂ ਵੀ ਕਰ ਰਹੇ ਨੇ। ਕਦੇ ਬਸੰਤ ਦੇ ਮਾਹੌਲ ਦੇ ਵਿੱਚ ਦੇਖ ਲਿਓ ਕਿ ਨਾਲੇ ਆਪਸ 'ਚ ਗੱਲਾਂ ਕਰੀ ਜਾਣਗੇ, ਇੱਕ ਦੂਜੇ ਦੇ ਨਾਲ ਮਖੌਲ ਵੀ ਉਡਾਈ ਜਾਣਗੇ, ਪਰ ਧਿਆਨ ਸੁਰਤ ਜਿਹੜੀ ਹੈ ਨਾ ਉਹ ਡੋਰ ਦੇ ਵਿੱਚ ਹੈ ਵੀ ਪਤੰਗ ਥੱਲੇ ਨਾ ਡਿੱਗ ਜੇ ਤੇ ਕੋਈ ਦੂਜਾ ਆ ਕੇ ਪਤੰਗ ਦੀ ਡੋਰ ਵੱਢ ਨਾ ਦੇ। ਉਹ ਕਿੱਦਾਂ ਸੰਭਵ ਹੋਇਆ ਜੀ? ਪਰਮਾਤਮਾ ਨੂੰ ਚੇਤਾ ਕਰਨ ਦੀ ਖੇਡ ਤਾਂ ਸੁਰਤ ਕਰਕੇ ਹੈ ਨਾ। ਗੁਰੂ ਪਾਤਸ਼ਾਹ ਆਖਦੇ ਨੇ ਜਿਵੇਂ ਆਪਸ 'ਚ ਗੱਲਾਂ ਕਰਦਿਆਂ, ਆਪਸ 'ਚ ਖੇਡਦਿਆਂ, ਹਾਸਾ ਠੱਠਾ ਮਕੌਲ ਕਰਦਿਆਂ ਵੀ ਉਹਨਾਂ ਦੀ ਸੁਰਤ ਪਤੰਗ ਦੀ ਡੋਰ ਦੇ ਵਿੱਚ ਹੈ, ਔਰ ਇੱਕ ਜਣੇ ਦੀ ਨਹੀਂ ਸਾਰਿਆਂ ਦੀ ਹੈ। ਕਹਿੰਦੇ ਨੇ ਮਨ ਰਾਮ ਨਾਮਾ ਬੇਦੀ ਅਲੇ। ਇਸ ਤਰੀਕੇ ਨਾਲ ਤੇਰੇ ਮਨ ਨੂੰ ਆਪਣੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਪੱਕਿਆਂ ਤੌਰ ਦੇ ਉੱਪਰ ਜੋੜ ਲੈ। ਭਾਵ ਸੰਸਾਰਕ ਕਾਰਜ ਕਰ ਜਿਹੜੇ ਤੂੰ ਕਰਦਾ ਹੈ, ਪਰ ਇਹਨਾਂ ਸੰਸਾਰਕ ਕਾਰਜਾਂ ਨੂੰ ਕਰਦਿਆਂ ਹੋਇਆਂ ਤੇਰੀ ਜਿਹੜੀ ਸੁਰਤ ਹੈ ਨਾ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਜੁੜੀ ਰਹਿਣੀ ਚਾਹੀਦੀ ਹੈ। ਦਿੱਕਤ ਪਤਾ ਕਿਸ ਗੱਲ ਦੀ ਹੈ? ਦਿੱਕਤ ਇਸ ਗੱਲ ਦੀ ਹੈ ਕਿ ਕੰਮ ਅਸੀਂ ਸੰਸਾਰ ਦੇ ਕੋਈ ਵੀ ਕਰਦੇ ਹੋਈਏ, ਸਾਡੀ ਸੁਰਤ ਸੰਸਾਰਕ ਚਿੰਤਾਵਾਂ ਦੇ ਵਿੱਚ ਘਿਰੀ ਰਹਿੰਦੀ ਹੈ। ਇਸ ਚਿੰਤਾ ਦੀ ਗੱਲ ਉਦਾਹਰਣ ਦੇ ਤੌਰ ਤੇ ਘਰਾਂ ਦੇ ਵਿੱਚ ਅਕਸਰ ਇਹ ਖੇਡ ਵਾਪਰਦੀ ਹੈ ਕਿ ਘਰ ਦੀ ਸੁਆਣੀ, ਘਰ ਦੀ ਔਰਤ, ਘਰ ਦੀ ਧੀ, ਘਰ ਦੀ ਨੂੰਹ ਜਦੋਂ ਕਦੇ ਸਬਜ਼ੀ ਕੱਟਦੀ ਹੋਵੇ ਜਾਂ ਜਦੋਂ ਕਦੇ ਸਬਜ਼ੀ ਬਣਾਉਂਦੀ ਹੋਵੇ ਤਾਂ ਅਚਨਚੇਤ ਜਾਂ ਤੇ ਉਂਗਲੀ ਤੇ ਟੱਕ ਲੱਗ ਜਾਂਦਾ ਹੈ ਜਾਂ ਸਬਜ਼ੀ ਦਾ ਸੇਕ, ਭਾਫ ਜਾਂ ਕੋਈ ਤੱਤਾ ਭਾਂਡਾ ਹੱਥ ਨੂੰ ਲੱਗ ਜਾਂਦਾ ਹੈ ਤੇ ਫਿਰ ਮਾਂ ਜਾਂ ਸੱਸ ਆਖਦੀ ਹੁੰਦੀ ਹੈ, ਧੀਏ ਕੀ ਗੱਲ ਤੇਰੀ ਸੁਰਤ ਕਿੱਥੇ ਗਵਾਚੀ ਹੈ? ਐਦਾਂ ਕਿੱਦਾਂ ਉਂਗਲ ਵੱਢ ਲਈ? ਕੰਮ ਧਿਆਨ ਨਾਲ ਕਰੀਦਾ। ਮਿਸਤਰੀ ਭਾਈ ਵੀ, ਹੋਰ ਵੀ ਦੁਨੀਆ ਦੇ ਜਿਹੜੇ ਮਿਹਨਤੀ ਲੋਕ ਨੇ, ਕੰਮ ਕਰਦੇ ਨੇ, ਜਦੋਂ ਕਦੇ ਉਹਨਾਂ ਦੀ ਸੁਰਤ ਕਿਤੇ ਡੂੰਗੀ ਖੁੱਭ ਜਾਂਦੀ ਹੈ ਐਸੀ ਥਾਂ ਤੇ ਜਿੱਥੇ ਉਹ ਚਿੰਤਾਵਾਂ ਦੇ ਵਿੱਚ, ਫਿਕਰਾਂ 'ਚ ਪੈ ਜਾਣ, ਕਿਤੇ ਦੂਰ ਦੀਆਂ ਅਡਾਰੀਆਂ ਮਾਰੀ ਬੈਠੇ ਹੋਣ, ਉੱਥੇ ਇਦਾਂ ਦੀ ਕਾਰਵਾਈ ਵਾਪਰਦੀ ਹੈ। ਮੇਰੇ ਪਾਤਸ਼ਾਹ ਆਖਦੇ ਨੇ ਚਿੰਤਾਵਾਂ ਤੋਂ ਨਿਕਲ ਕੇ ਸ਼ੁਕਰਾਨੇ ਦੇ ਵਿੱਚ ਆ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੀ ਸੁਰਤ ਟਿਕਾ ਲੈ, ਤੇਰੇ ਸਾਰੇ ਕਾਰਜ ਰਾਸ ਹੋਣਗੇ। ਤੇਰੇ ਕਿਸੇ ਕਾਰਜ ਦੇ ਵਿੱਚ ਕੋਈ ਦਿੱਕਤ ਆਣੀ ਨਹੀਂ। ਸਾਡੇ ਕੋਲੋਂ ਸੁਰਤੀ ਕਰਕੇ ਵੀ ਪਰਮਾਤਮਾ ਨੂੰ ਜਪਿਆ ਨਹੀਂ ਜਾਂਦਾ, ਹਾਲਾਂਕਿ ਅਸਲ ਸਿੱਖ ਸੁਰਤ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਵੀ ਸਿੱਧਾ ਨੇ ਇਹ ਸਵਾਲ ਪੁੱਛਿਆ ਸੀ ਕਿ ਤੂੰ ਕੌਣ ਹੈ? ਤੂੰ ਚੇਲਾ ਕਿਹਦਾ ਹੈ? ਤੂੰ ਕਿਹਦਾ ਚੇਲਾ ਹੈ? ਕਵਨ ਮੂਲ ਕਵਨ ਮਿਤ ਵੇਲਾ, ਕੌਣ ਗੁਰੂ ਜਿਸਕਾ ਤੂੰ ਚੇਲਾ? ਇਹ ਸਵਾਲ ਸੀ ਤੇ ਜਵਾਬ ਧੰਨ ਗੁਰੂ ਨਾਨਕ ਸਾਹਿਬ ਦਾ ਪਵਨ ਗੁਰੂ ਸਤਿਗੁਰ ਮਤ ਵੇਲਾ। ਤੇ ਆਖਦੇ ਨੇ ਜਿਹੜੀ ਗੱਲ ਬਿਆਨ ਕੀਤੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੂਲ ਕਿਹੜਾ ਹੈ? ਪਵਨ ਮੂਲ। ਮੂਲ ਹੈ ਸਵਾਸ। ਤੁਹਾਡੇ ਜੀਵਨ ਦਾ ਮੂਲ ਸਵਾਸ ਨੇ, ਸਵਾਸ ਚੱਲਦੇ ਨੇ ਤੇ ਤੁਸੀਂ ਜੀਵਤ ਹੋ। ਤੇ ਇਹ ਵੇਲਾ ਕਾਹਦਾ ਹੈ? ਤੇ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ, ਇਹ ਵੇਲਾ ਹੈ ਸਤਿਗੁਰੂ ਦੀ ਮੱਤ ਨੂੰ ਧਾਰਨ ਕਰਨ ਦਾ। ਜੇ ਸਵਾਸ ਚੱਲਦੇ ਨੇ ਤਾਂ ਜੀਵਨ ਮਿਲਿਆ, ਇਹ ਜੀਵਨ ਹੈ ਵੇਲਾ। ਕਿਹੜਾ ਵੇਲਾ? ਸਤਿਗੁਰੂ ਦੀ ਮੱਤ ਨੂੰ ਧਾਰਨ ਕਰਨ ਦਾ। ਸਤਿਗੁਰੂ ਕੌਣ ਹੈ? ਆਖਦੇ ਨੇ ਸ਼ਬਦ ਗੁਰੂ। ਆਖਦੇ ਨੇ ਗੁਰੂ ਦਾ ਸ਼ਬਦ ਹੀ ਮੇਰਾ ਗੁਰੂ ਹੈ, ਪਰਮਾਤਮਾ ਵੱਲੋਂ ਬਖਸ਼ਿਸ਼ ਕੀਤਾ ਸ਼ਬਦ ਹੀ ਮੇਰਾ ਗੁਰੂ ਹੈ। ਤੇ ਚੇਲਾ ਕੌਣ ਹੈ? ਆਖਦੇ ਨੇ ਸੁਰਤ ਧੁਨ ਚੇਲਾ। ਮੇਰੀ ਸੁਰਤ ਉਸ ਗੁਰੂ ਦਾ ਚੇਲਾ ਹੈ, ਸਰੀਰ ਨਹੀਂ। ਸੁਰਤੀ ਕਰਕੇ ਸਿੱਖ ਬਣਨਾ, ਸਰੀਰ ਕਰਕੇ ਤਾਂ ਦੁਨੀਆ ਬਣੀ ਬੈਠੀ ਹੈ, ਪਰ ਇਸ ਚੀਜ਼ ਦੇ ਖਾਮਿਆਜ਼ੇ ਵੀ ਤੇ ਭੁਗਤ ਰਹੇ ਆ। ਔਰ ਮੇਰੇ ਕਹਿਣ ਦੇ ਅਰਥਾਂ ਨੂੰ ਗਲਤ ਨਾ ਜੇ ਲਿਓ। ਜੇ ਸੁਰਤ ਕਰਕੇ ਸਿੱਖ ਹੋਵਾਂਗੇ ਤਾਂ ਸਰੀਰ ਕਰਕੇ ਸਿੱਖ ਬਣਿਆ ਇਨਸਾਨ ਸੋਭਦਾ ਹੈ। ਕਿਉਂ? ਕਿਉਂਕਿ ਉਹਦੀ ਜੀਵਨ ਸ਼ੈਲੀ, ਉਹਦੇ ਜੀਵਨ ਦੇ ਕਾਰਜ, ਉਹਦੀ ਸੁਰਤ ਪਰਮਾਤਮਾ से ਜੁੜੀ ਹੋਣ ਕਰਕੇ ਉਹ ਆਪਣੇ ਧਰਮ ਤੇ, ਉਹ ਆਪਣੀਆਂ ਜ਼ਿੰਮੇਵਾਰੀਆਂ ਦੇ ਉੱਪਰ ਅਟਲ ਰਹੇਗਾ। ਉਦਾਹਰਣ ਦੇ ਤੌਰ ਤੇ ਕਦੇ ਆਨੰਦਪੁਰ ਸਾਹਿਬ
ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੀਸ ਨਿਵਾਉਣ ਦਾ ਮੌਕਾ ਮਿਲੇ ਤਾਂ ਉੱਥੇ ਅਕਸਰ ਚੜ੍ਹਾਈ ਚੜ੍ਹਨ ਲੱਗਿਆ ਸ਼ੁਰੂਆਤੀ ਸੱਜੇ ਹੱਥ ਮੈਂ ਇੱਕ ਬੋਰਡ ਪਿਆ ਵੇਖਿਆ, ਹੁਣ ਵੀ ਪਿਆ ਹੁੰਦਾ ਹੈ। ਉਹਦੇ ਤੇ ਇੱਕ ਨਿਹੰਗ ਸਿੰਘ ਦੀ ਤਸਵੀਰ ਬਣੀ ਹੈ ਜਿਹੜਾ ਸੜਕ ਰਿਪੇਅਰ ਕਰ ਰਿਹਾ ਹੈ, ਕਿਸੇ ਅੰਗਰੇਜ਼ ਅਫਸਰ ਨੇ। ਉਸ ਨਿਹੰਗ ਸਿੰਘ ਨੂੰ ਪੁੱਛਿਆ ਕਿ ਤੈਨੂੰ ਕੀ ਇੱਥੇ ਕਿਸੇ ਨੌਕਰੀ ਤੇ ਰੱਖਿਆ ਹੈ? ਤੇ ਨਿਹੰਗ ਸਿੰਘ ਆਖਦਾ ਨਹੀਂ। ਕੀ ਤੈਨੂੰ ਕੋਈ ਤਨਖਾਹ ਦਿੰਦਾ ਹੈ? ਤੇ ਨਿਹੰਗ ਸਿੰਘ ਜੀ ਆਖਦੇ ਨੇ ਨਹੀਂ। ਅੰਗਰੇਜ਼ ਅਫਸਰ ਨੇ ਪੁੱਛਿਆ ਤੇ ਫਿਰ ਤੂੰ ਇਹ ਕੀ ਕਰ ਰਿਹਾ ਹੈ? ਕਹਿੰਦਾ ਜੀ ਮੈਂ ਆਉਣ ਜਾਣ ਵਾਲੇ ਰਾਹਗੀਰਾਂ ਦੇ ਵਾਸਤੇ ਇਸ ਸੜਕ ਦੀ, ਇਸ ਰਾਹ ਦੀ ਮੁਰੰਮਤ ਕਰ ਰਿਹਾ ਹੈ। ਅੰਗਰੇਜ਼ ਨੇ ਪੁੱਛਿਆ ਕਿ ਤੈਨੂੰ ਇਸ ਮੁਰੰਮਤ ਦਾ ਮਿਲਦਾ ਕੀ ਹੈ? ਕਹਿੰਦਾ ਮੈਨੂੰ ਇਸ ਮੁਰੰਮਤ ਕਰਨ ਦੇ ਬਦਲੇ ਦੇ ਵਿੱਚ ਪਰਮਾਤਮਾ ਦਾ ਪਿਆਰ ਮਿਲਦਾ ਹੈ, ਉਹਦੀ ਨੇੜਤਾ ਮਿਲਦੀ ਹੈ। ਕਿੱਦਾਂ? ਕਿਉਂਕਿ ਗੁਰੂ ਸਾਹਿਬ ਨੇ ਆਖਿਆ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਮਨੁੱਖਤਾ ਦੀ ਸੇਵਾ ਕਰਨੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਤੇ ਇਹ ਜਿਹੜੀ ਸੇਵਾ ਮੈਨੂੰ ਜਿੱਥੇ ਕਿਤੇ ਮਹਿਸੂਸ ਹੁੰਦੀ ਹੈ, ਮੇਰੇ ਕੋਲ ਸਮਾਂ ਹੈ, ਮੈਂ ਕੁਝ ਸਮਾਂ ਵਿਹਲਾ ਤੇ ਮੈਂ ਇਸ ਵਿਹਲੇ ਸਮੇਂ ਨੂੰ ਅਜਾਈਂ ਕਿਉਂ ਗਵਾਵਾਂ? ਕਿਉਂ ਨਾ ਮੈਂ ਕੋਈ ਚੰਗੀ ਕਮਾਈ ਕਰ ਲਿਆ ਜਿਹੜੀ ਮੇਰੇ ਲੇਖੇ 'ਚ ਜੁੜ ਜਾਏ। ਇੱਕ ਤਾਂ ਮੈਂ ਇੱਧਰ ਉੱਧਰ ਦੀਆਂ ਫਿਜ਼ੂਲ ਗੱਲਾਂ ਤੋਂ ਬਚ ਜਾਣਾ, ਮਾੜੀ ਸੰਗਤ ਤੋਂ ਬਚ ਜਾਣਾ। ਇਕੱਲਾ ਸੜਕ ਰਿਪੇਅਰ ਕਰ ਰਿਹਾ, ਠੀਕ ਕਰ ਰਿਹਾ, ਮੁਰੰਮਤ ਕਰ ਰਿਹਾ, ਨਾਲ ਮੈਂ ਆਪਣੀ ਸੁਰਤ ਪਰਮਾਤਮਾ ਦੇ ਚਰਨਾਂ 'ਚ ਜੋੜੀ ਹੈ। ਮੇਰੀ ਇਹੋ ਹੀ ਸੇਵਾ ਪਰਮਾਤਮਾ ਦੇ ਚਰਨਾਂ 'ਚ ਪ੍ਰਵਾਨ ਹੈ। ਇਹੋ ਹੀ ਤਾਂ ਸਾਡੇ ਜੀਵਨ ਦਾ ਮਨੋਰਥ ਹੈ ਨਾ। ਦਿੱਕਤ ਇਸ ਗੱਲ ਦੀ ਹੈ, ਗੁਰੂ ਪਾਤਸ਼ਾਹ ਜੀ ਨੇ ਆਖਿਆ 3 ਸੇਰ ਦਿਹਾੜੀ ਮਹਿਮਾਨ। ਬੰਦਿਆ ਤੂੰ ਇੱਕ ਦਿਹਾੜੀ ਦੇ ਵਿੱਚ ਵੱਧ ਤੋਂ ਵੱਧ 3 ਸੇਰ ਹਜ਼ਮ ਕਰਨ ਜੋਗਾ ਹੈ। ਵੱਧ ਤੋਂ ਵੱਧ ਤੇਰੀ ਕੈਪੈਸਿਟੀ, ਤੇਰੀ ਲਿਮਟ ਜਿਹੜੀ ਹੈ ਨਾ, ਉਹ 3 ਸੇਰ ਦੀ ਹੈ। ਇਸ 3 ਸੇਰ ਨਾਲੋਂ ਵੱਧ ਤੇਰੇ ਕਿਸੇ ਕੰਮ ਦਾ ਨਹੀਂ। ਗੁਰੂ ਪਾਤਸ਼ਾਹ ਆਖਦੇ ਨੇ ਇਸ 3 ਸੇਰ ਨਾਲੋਂ ਵੱਧ ਇਕੱਠਾ ਕੀਤਾ ਹੋਇਆ ਤੇਰੇ ਪੱਲੇ ਨਹੀਂ ਪੈਣਾ। ਇਸੇ ਕਰਕੇ ਪਾਤਸ਼ਾਹ ਆਖਦੇ ਨੇ 3 ਸੇਰ ਦਿਹਾੜੀ ਮਹਿਮਾਨ, ਅਵਰ ਵਸਤ ਤੁਝ ਪਾਹੇ ਅਮਾਨ। ਇਸ ਤੋਂ ਉੱਪਰ ਇਕੱਠਾ ਕੀਤਾ, ਇਸ ਤੋਂ ਉੱਪਰ ਕਮਾਇਆ ਹੋਇਆ ਕੇਵਲ ਤੇਰੇ ਕੋਲ ਅਮਾਨਤ ਹੈ, ਉਹ ਤੂੰ ਕਿਸੇ ਨਾ ਕਿਸੇ ਨੂੰ ਦੇ ਕੇ ਤੁਰ ਜਾਏਗਾ। ਇਕੱਠਾ ਤਾਂ ਰਾਵਣ ਨੇ ਵੀ ਬਹੁਤ ਕੀਤਾ ਸੀ। ਲੰਕਾ ਸਾ ਕੋਟ ਸਮੁੰਦ ਸੀ ਖਾਈ। ਲੰਕਾ ਵਰਗਾ ਕਿਲਾ ਜਿਹੜਾ ਪੂਰਾ ਸੋਨੇ ਦਾ ਘੜਿਆ ਹੈ, ਸਮੁੰਦਰ ਵਰਗੀ ਖਾਈ ਉਹਦੇ ਆਲੇ ਦੁਆਲੇ ਹੈ, ਪੂਰਾ ਸਿਕਿਉਰਿਟੀ ਦੇ ਪੱਖ ਤੋਂ ਸਭ ਤੋਂ ਸਿਕਿਉਰ ਕਿਲਾ ਰਾਵਣ ਦੇ ਕੋਲ ਹੈ। ਉਸ ਰਾਵਣ ਦਾ ਨਾ ਕਿਲਾ ਲੱਭੇ ਨਾ ਉਹਦਾ ਰਾਜ ਭਾਗ ਲੱਭੇ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀ ਆ ਨਾ ਬਾਤੀ। 1 ਲੱਖ ਪੁੱਤਰ ਹੋਵੇ ਜਿਹਦਾ, ਅਸੀਂ ਤਾਂ 1-1 2-2 ਦੇ ਪਿੱਛੇ ਰੋਈ ਜਾਂਦੇ ਆ। 1.25 ਲੱਖ ਪੋਤੇ ਪੋਤਰੀਆਂ ਨੇ। ਗੁਰੂ ਪਾਤਸ਼ਾਹ ਆਖਦੇ ਨੇ ਉਸ ਰਾਵਣ ਦੇ ਘਰ ਨਾ ਦੀਵਾ ਬਾਲਣ ਵਾਲਾ ਹੈ ਨਾ ਬੱਤੀ ਲਾਉਣ ਵਾਲਾ ਕੋਈ ਹੈ। ਕਿਹੜੀਆਂ ਫਿਕਰਾਂ 'ਚ ਪਏ, ਕਾਦੀਆਂ ਚਿੰਤਾਵਾਂ ਦੇ ਵਿੱਚ ਉਲਝੇ ਆ। ਕੀ ਇਕੱਠਾ ਕਰਕੇ ਲੈ ਜਾਵਾਂਗੇ? ਛੱਡ ਕੇ ਤਾਂ ਇੱਥੇ ਹੀ ਜਾਣਾ ਸਾਰਾ ਕੁਝ। ਰੋਜ਼ ਦੀ ਸਾਡੀ ਲਿਮਟ 3 ਸੇਰ ਦੀ ਮੰਨ ਲਓ ਤੇ ਅਸੀਂ ਕਮਾ ਰਹੇ ਹਾਂ 5, ਔਰ ਉਹ 2 ਸੇਰ ਕਿਸੇ ਨੂੰ ਦੇ ਵੀ ਨਹੀਂ ਰਹੇ। ਜਿਹੜਾ ਸਿਧਾਂਤ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣਿਆ ਸੇ, ਉਹ ਕਿਛ ਹੱਥੋਂ ਦੇਣ ਵਾਲਾ ਸਿਧਾਂਤ ਅਸੀਂ ਅਪਣਾਇਆ ਨਾ, ਅਸੀਂ ਕਮਾਇਆ ਨਾ। ਤਾਂ ਗੁਰੂ ਪਾਤਸ਼ਾਹ ਜੀ ਆਖਦੇ ਨੇ ਇਹ 2-2 ਸੇਰ ਜਿਹੜਾ ਇਕੱਠਾ ਕਰਦਾ ਜਾ ਰਿਹਾ, ਅਖੀਰਕਾਰ ਇੱਥੇ ਕਿਸੇ ਨਾ ਕਿਸੇ ਨੂੰ ਦੇ ਕੇ ਤੁਰ ਜਾਏਗਾ, ਇੱਥੇ ਕਿਸੇ ਨਾ ਕਿਸੇ ਨੂੰ ਸੌਂਪ ਕੇ ਚਲੇ ਜਾਏਗਾ। ਹੋਰ ਤਾਂ ਕੀ ਹੈ? ਤੂੰ ਆਪਣੇ ਹੱਥੀ ਨਾ ਸੌਂਪੇਗਾ ਤਾਂ ਵੈਸੇ ਵੀ ਛੱਡ ਕੇ ਜਾਏਗਾ, ਔਰ ਛੱਡ ਕੇ ਚਲੇ ਜਾਏंगे ਤਾਂ ਉਹ ਕਿਸੇ ਨਾ ਕਿਸੇ ਦੇ ਅਧੀਨ ਆਪੀ ਆ ਜਾਣਾ, ਕਿਸੇ ਨਾ ਕਿਸੇ ਦੇ ਅਧੀਨ ਆਪੀ। ਭਾਵੇਂ ਉਹਦੇ ਤੇ ਕੁਦਰਤ ਕਬਜ਼ਾ ਕਰ ਲਏ, ਭਾਵੇਂ ਉਹਦੇ ਤੇ ਕੋਈ 7 ਬੇਗਾਨਾ ਕਬਜ਼ਾ ਕਰ ਲਏ, ਭਾਵੇਂ ਜਦੋਂ ਪਿੱਛੋਂ ਦੀ ਪਰਿਵਾਰ ਦਾ ਕੋਈ ਜੀ ਨਾ ਬਚਿਆ ਤੇ ਉਹ ਸਰਕਾਰੀ ਖਜ਼ਾਨਾ ਬਣ ਜਾਏ, ਸਾਡੇ ਪੱਲੇ ਤਾਂ ਨਾ ਰਿਹਾ। ਸੋ ਜਿਉਂਦਿਆਂ ਜੀ ਜਿਹੜੀ ਸੇਵਾ ਕਮਾ ਲਈਏ ਉਹ ਸੇਵਾ ਸਾਡੇ ਲੇਖੇ ਦੇ ਵਿੱਚ ਲੱਗਣੀ ਹੈ। ਮੇਰੇ ਪਾਤਸ਼ਾਹ ਆਖਦੇ ਨੇ ਪਹਿਲੀ ਗੱਲ ਤਾਂ ਇਹ ਕਿ ਸਰੀਰਕ ਮੌਤ ਦੀ ਚਿੰਤਾ ਛੱਡ ਕੇ
ਸਰੀਰਕ ਮੌਤ ਦੀਆਂ ਫਿਕਰਾਂ ਛੱਡ ਕੇ ਆਪਣੇ ਇਸ ਜੀਵਨ ਨੂੰ ਲੇਖੇ ਦੇ ਵਿੱਚ ਲਾਉਣਾ ਸ਼ੁਰੂ ਕਰ ਦੇ। ਜਿੱਥੇ ਆਪ ਦੇ ਲਈ ਕਮਾਈਆਂ ਕਰਦਾ ਹੈ, ਉੱਥੇ ਉਹਨਾਂ ਕਮਾਈਆਂ ਦੇ ਵਿੱਚੋਂ ਕੁਝ ਹਿੱਸਾ ਲੋੜਵੰਦਾਂ ਨੂੰ ਦੇਣਾ ਸ਼ੁਰੂ ਕਰ ਦੇ। ਪਹਿਲੀ ਫਿਕਰ ਸਰੀਰਕ ਮੌਤ। ਮੇਰੇ ਪਾਤਸ਼ਾਹ ਆਖਦੇ ਨੇ, ਦੇਖ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਸੰਸਾਰ ਦੇ ਉੱਤੋਂ ਕੂਚ, ਸੰਸਾਰ ਤੋਂ ਚਲਾਣਾ ਤਾਂ ਜਿੱਥੇ ਰਾਵਣ ਨੇ ਕੀਤਾ, ਦੁਸ਼ਟ ਸੀ, ਕੋਈ ਗੱਲ ਨਹੀਂ, ਪਰ ਉੱਥੇ ਇਸ ਸੰਸਾਰ ਤੇ ਸਦੀਵ ਕਾਲ ਦਾ ਵਸੇਬਾ ਤਾਂ ਰਾਮ ਜੀ ਦਾ ਵੀ ਨਹੀਂ ਨਾ ਰਿਹਾ। ਸੰਸਾਰ ਤੋਂ ਚਲਾਣਾ ਤਾਂ ਉਹਨਾਂ ਨੂੰ ਵੀ ਕਰਨਾ ਪਿਆ। ਸੰਸਾਰ ਤੋਂ ਚਲਾਣਾ ਤਾਂ ਕ੍ਰਿਸ਼ਨ ਨੇ ਵੀ ਕੀਤਾ, ਸੰਸਾਰ ਤੋਂ ਚਲਾਣਾ ਤਾਂ ਗੁਰੂ ਪਾਤਸ਼ਾਹ ਜੀ ਨੇ ਵੀ ਕੀਤਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ ਸਭਨਾਂ ਦੇ ਸਰੀਰ ਤਿਆਗੇ ਨੇ। ਅੱਗੇ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਸਮਾ ਗਈ। ਸੋ ਸਰੀਰਕ ਤੌਰ ਦੇ ਉੱਪਰ ਅਮਰ ਹੋਣਾ, ਉਹ ਸਰੀਰਕ ਤੌਰ ਦੇ ਉੱਪਰ ਲੰਮੀਆਂ ਉਮਰਾਂ ਮਾਣ ਲੈਣਾ ਕੋਈ ਜੀਵਨ ਦੇ ਵਿੱਚ ਬਹੁਤ ਵੱਡੀ ਉਪਲਬਧੀ ਜਾਂ ਪ੍ਰਾਪਤੀ ਨਹੀਂ ਹੈ। ਜੇਕਰ ਇਹ ਕੋਈ ਬੜੀ ਵੱਡੀ ਪ੍ਰਾਪਤੀ ਜਾਂ ਉਪਲਬਧੀ ਹੁੰਦੀ ਤੇ ਗੁਰੂ ਪਾਤਸ਼ਾਹ ਜੀ ਨੇ ਆਪ ਦੇ 2 ਪੁੱਤ ਬਚਾ ਲੈਣੇ ਸੀ ਚਮਕੌਰ ਸਾਹਿਬ। ਤੁਸੀਂ ਵੇਖੋ, ਆਨੰਦਪੁਰ ਸਾਹਿਬ ਜਿਸ ਵੇਲੇ ਹਮਲਾ ਹੋਇਆ ਉਦੋਂ 5000 ਸਿੱਖ ਹੈ। ਜਿਸ ਵੇਲੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਨਿਕਲੇ ਨੇ, ਉਸ ਵੇਲੇ 500 ਦੇ ਕਰੀਬ ਸਿੱਖਾਂ ਦਾ ਜਥਾ ਨਿਕਲਿਆ। ਜਿਸ ਵੇਲੇ ਚਮਕੌਰ ਦੀ ਗਲੀ ਤੱਕ ਪਹੁੰਚ ਹੋਈ ਹੈ, ਉਸ ਵੇਲੇ ਚਮਕੌਰ ਦੀ ਗੜੀ ਦੇ ਅੰਦਰ ਕੁੱਲ 43 ਜਣੇ ਨੇ। 40 ਗੁਰੂ ਸਾਹਿਬਾਨ ਦੇ ਸਿੱਖ ਤੇ 3 ਗੁਰੂ ਸਾਹਿਬ ਤੇ ਉਹਨਾਂ ਦੇ 2 ਵੱਡੇ ਸਾਹਿਬਜ਼ਾਦੇ। ਜਿਸ ਵੇਲੇ ਚਮਕੌਰ ਸਾਹਿਬ ਤੋਂ ਤਾਲੀ ਮਾਰ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਿਕਲੇ ਨੇ, ਉਸ ਵੇਲੇ ਕੁੱਲ 3 ਲੋਕ, 3 ਜਣੇ ਚਮਕੌਰ ਸਾਹਿਬ ਦੀ ਗਲੀ ਛੱਡ ਕੇ ਨਿਕਲਦੇ ਨੇ, ਪਰ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਵੀ ਕਲਗੀਧਰ ਪਾਤਸ਼ਾਹ ਜੀ ਦਾ ਆਪਣਾ ਪੁੱਤਰ ਨਹੀਂ। 2 ਗੁਰੂ ਦੇ ਸਿੱਖ ਔਰ 1 ਗੁਰੂ ਪਾਤਸ਼ਾਹ ਆਪ। ਗੁਰੂ ਪਾਤਸ਼ਾਹ ਆਪ ਵੀ ਤਾਂ ਕਿਉਂਕਿ 5 ਪਿਆਰਿਆਂ ਨੇ ਹੁਕਮ ਜਾਰੀ ਕੀਤਾ ਕਿ ਪਾਤਸ਼ਾਹ ਤੁਹਾਨੂੰ ਜਾਣਾ ਪਏਗਾ, ਸਾਡੇ 5 ਦਾ ਹੁਕਮ ਹੈ। ਅਜੇ ਪੰਥ ਦੀਆਂ ਬੜੀਆਂ ਵਿਊਤਾਂ ਘੜਨੀਆਂ ਬਾਕੀਆਂ ਨੇ, ਅਜੇ ਬੜਾ ਕੁਝ ਕਰਨਾ ਬਾਕੀ ਹੈ, ਤੁਹਾਨੂੰ ਜਾਣਾ ਪਏਗਾ। ਨਹੀਂ, ਕਲਗੀਧਰ ਪਾਤਸ਼ਾਹ ਜੀ ਨੇ ਵੀ ਉੱਥੇ ਸ਼ਹਾਦਤ ਪ੍ਰਾਪਤ ਕਰ ਜਾਣੀ ਸੀ। ਖੈਰ, ਕਰਨੀ ਕਰਤਾਰ ਦੀ ਖੇਲ ਮਾਲਕ ਪਾਤਸ਼ਾਹ ਆਪ ਜਾਣਦੇ ਨੇ ਜਿਹੜੀ ਵਰਤੀ ਹੈ। ਪਰ ਗੁਰੂ ਪਾਤਸ਼ਾਹ ਜੀ ਨੇ ਵੀ ਤੇ ਆਪਣੇ ਵੰਸ਼ ਨੂੰ ਅੱਗੇ ਤੋਰਨ ਦਾ ਕੋਈ ਖਿਆਲ ਨਾ ਤੋਰੇ। ਆਪਣਾ ਆਪ ਇੰਨਾ ਕੁ ਸਮਰਪਿਤ ਕੀਤਾ। ਤੁਸੀਂ ਆਪ ਵੇਖੋ, ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੀ ਉਮਰ 50 ਸਾਲ ਨਾ ਹੋਈ। ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਸਾਹਿਬ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਗੁਰੂ ਹਰਰਾਏ ਸਾਹਿਬ ਪਾਤਸ਼ਾਹ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਕਲਗੀਧਰ ਪਾਤਸ਼ਾਹ, ਤੁਸੀਂ ਸਾਰਿਆਂ ਦੀਆਂ ਜੀਵਨੀਆਂ ਪੜ੍ਹ ਕੇ ਦੇਖੋ। ਘੱਟੋ ਘੱਟ ਜਨਮ ਤਰੀਕ ਤੇ ਜੋਤੀ ਜੋਤ ਸਮਾਉਣ ਦੀਆਂ ਤਰੀਕਾਂ ਪੜ੍ਹ ਕੇ ਵੇਖੋ। ਕੋਈ 60 ਨੂੰ ਨਹੀਂ ਹੱਥ ਲਾ ਕੇ ਗਿਆ ਤੇ ਉਹਨਾਂ ਚੋਂ ਕਿਸੇ ਨੂੰ ਇਸ ਗੱਲ ਦਾ ਗੀਲਾ ਵੀ ਨਹੀਂ। ਉਹਨਾਂ ਆਪਣਾ ਆਪ ਸੰਪੂਰਨ ਤੌਰ ਤੇ ਇੰਨਾ ਕੁ ਸਮਰਪਿਤ ਕੀਤਾ ਕਿ ਆਪਣਿਆਂ ਸਰੀਰਾਂ ਦੀ ਪਰਵਾਹੀ ਨਾ ਕੀਤੀ। ਕਲਗੀਧਰ ਪਾਤਸ਼ਾਹ ਜੀ ਦਾ ਜੀਵਨ ਪੜ੍ਹ ਕੇ ਦੇਖੋ। ਸਿੰਘ ਸੁੱਤੇ ਨੇ, ਥੱਕੇ ਹੋਏ ਨੇ, ਤੇ ਕਲਗੀਧਰ ਪਾਤਸ਼ਾਹ ਅੱਧੀ ਰਾਤ ਨੂੰ ਉਹਨਾਂ ਸਿੰਘਾਂ ਦੇ ਮੱਲਮ ਪੱਟੀ ਕਰ ਰਹੇ ਨੇ। ਨੀਂਦ ਤਾਂ ਉਹਨਾਂ ਨੂੰ ਵੀ ਜ਼ਰੂਰੀ ਸੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਜੀਵਨ ਪੜ੍ਹ ਕੇ ਦੇਖੋ। ਸਿੱਖ ਸੰਗਤਾਂ ਦਰਬਾਰ ਸਾਹਿਬ ਦੀ ਪਰਿਕਰਮਾ ਚ, ਥਾਵਾਂ ਤੇ ਸਰਾਵਾਂ ਚ ਸੁੱਤੀਆਂ ਨੇ, ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਮਾਤਾ ਗੰਗਾ ਜੀ ਅੱਧੀ ਰਾਤ ਨੂੰ ਵੀ ਟਹਿਲ ਕਰਕੇ ਵੇਖ ਰਹੇ ਨੇ ਵੀ ਕਿਤੇ ਕੋਈ ਲੋੜਵੰਦ, ਕਿਤੇ ਕੋਈ ਤਕਲੀਫ ਦੇ ਵਿੱਚ ਤਾਂ ਨਹੀਂ, ਕਿਸੇ ਦੇ ਪੈਰਾਂ 'ਚ ਸੱਟ ਤਾਂ ਨਹੀਂ ਵੱਜੀ। ਜਿੱਥੇ ਸੱਟਾਂ ਵੱਜੀਆਂ ਨੇ ਉੱਥੇ ਮੱਲਮ ਪੱਟੀ ਕਰ ਦੇਣੀ। ਸਿੱਖ ਸੰਗਤਾਂ ਆ ਕੇ ਭੁੱਖਿਆਂ ਕੁਰਲਾ ਰਹੀਆਂ ਨੇ। ਇੱਕ ਦੰਪਤੀ ਆਇਆ, ਭਾਵ ਕਿ ਪਤੀ ਪਤਨੀ ਆਏ, ਉਹਨਾਂ ਦੇਖਿਆ ਕਿ ਸੇਵਾਦਾਰ ਲਾਂਗਰੀ ਸਿੰਘ ਵਿਚਾਰੇ ਸੁੱਤੇ ਨੇ। ਇਹ ਜਥਾ ਬੜੀ ਦੂਰੋਂ ਚੱਲ ਕੇ ਆਇਆ, ਭੁੱਖਾ ਤੇ ਹਾਇਆ, ਬੱਚੇ ਨਿੱਕੇ ਨਿੱਕੇ ਵਿਲਕ ਰਹੇ ਨੇ। ਉਹਨਾਂ ਆਖਿਆ, ਜੀ ਤੁਸੀਂ ਸੁੱਤੇ ਨਹੀਂ, ਕੀ ਗੱਲ? ਉਹ ਆਖਦੇ ਨੇ, ਜੀ ਸਾਨੂੰ ਅਜੇ ਭੁੱਖ ਲੱਗੀ ਹੈ, ਲਾਂਗਰੀ ਸਿੰਘ ਵਿਚਾਰੇ ਥੱਕੇ ਨੇ, ਬੱਚੇ ਸਾਡੇ ਰੋ ਰਹੇ ਆ, ਕੋਈ ਹੀਲਾ ਵਸੀਲਾ ਲੱਭ ਨਹੀਂ ਰਿਹਾ। ਜੋੜੇ ਨੇ ਨਾਲ ਦੀ ਨਾਲ ਸਿੰਘਾਂ ਨੂੰ, ਸੰਗਤਾਂ ਨੂੰ ਆਖਿਆ ਕਿ ਪਿਆਰਿਓ, ਆਪ ਜੀ ਇਸ਼ਨਾਨ ਪਾਣੀ ਕਰਕੇ ਆਪਦੇ ਵਸਤਰ ਬਦਲ ਲਿਓ, ਕੁਝ ਘੜੀ ਵਿਸ਼ਰਾਮ ਕਰੋ, ਅਸੀਂ ਇਹਨਾਂ ਨੂੰ ਤੁਹਾਡਾ ਭੋਜਨ ਪ੍ਰਸ਼ਾਦਾ ਤਿਆਰ ਕਰਦੇ। ਫਟਾਫਟ ਪਿਆਜ਼ ਟਮਾਟਰ ਜਿੱਦਾਂ ਵੀ ਤਿਆਰ ਕੀਤਾ ਜਾ ਸਕਿਆ ਕੀਤਾ, ਭੋਜਨ ਪ੍ਰਸ਼ਾਦਾ ਤਿਆਰ ਕਰਿਆ, ਨਾਲ ਦੀ ਨਾਲ ਆਟਾ ਗੁੰਨ ਕੇ ਪ੍ਰਸ਼ਾਦਾ ਲਾਇਆ, ਸੰਗਤਾਂ ਨੂੰ ਭੋਜਨ ਪ੍ਰਸ਼ਾਦਾ ਛਕਾਇਆ, ਤਾਂ ਸੰਗਤਾਂ ਤ੍ਰਿਪਤ ਹੋਈਆਂ ਤੇ ਰਾਤ ਸੌ ਸਕੀਆਂ।
ਅੰਮ੍ਰਿਤ ਵੇਲੇ ਉਹੀ ਸੰਗਤ ਆਪਸ ਦੇ ਵਿੱਚ ਫਿਰ ਬਹਿਸਦੀ ਹੈ ਕਿ ਭਾਈ ਇੱਥੇ ਗਠੜੀਆਂ ਦੀ ਤੇ ਜੋੜਿਆਂ ਦੀ ਰਾਖੀ ਕੌਣ ਬੈਠੇਗਾ। ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦਾ ਸਾਰੇ ਨਹੀਂ ਜਾਣੇ, ਨਾ ਕੋਈ ਬੱਚਾ ਰੁਕਣ ਨੂੰ ਮੰਨੇ, ਨਾ ਕੋਈ ਜਵਾਨ, ਨਾ ਕੋਈ ਬਜ਼ੁਰਗ, ਨਾ ਕੋਈ ਬੰਦਾ, ਨਾ ਕੋਈ ਤੀਵੀਂ। ਸਭ ਆਖਣ ਵੀ ਏਡੀ ਦੂਰੋਂ ਚੱਲ ਕੇ ਆਏ ਆ ਤੇ ਸਾਡੇ ਚੱਲ ਕੇ ਆਉਣ ਦਾ ਮਕਸਦ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ, ਤੇ ਇੱਥੇ ਜੋੜਿਆਂ ਦੀ ਰਾਖੀ ਕੌਣ ਰੋਕੇ। ਉਹੋ ਹੀ ਜੋੜਾ ਜਿਹੜਾ ਰਾਤ ਪ੍ਰਸ਼ਾਦਾ ਛਕਾਉਂਦਾ ਹੈ। ਉਹਨਾਂ ਦੇ ਵਿੱਚੋਂ ਭਾਈ ਸਾਹਿਬ ਜੀ ਆਏ ਨੇ ਔਰ ਉਹਨਾਂ ਆ ਕੇ ਪੁੱਛਿਆ ਵੀ ਕੀ ਗੱਲ, ਬੜੇ ਚਿੰਤਤ ਹੋ। ਉਹਨਾਂ ਆਪਣੀ ਚਿੰਤਾ ਦਾ ਵਿਸ਼ਾ ਬਿਆਨ ਕੀਤਾ ਤਾਂ ਅਗਲਿਆਂ ਆਖਿਆ ਕੋਈ ਗੱਲ ਨਹੀਂ ਪਿਆਰਿਓ, ਤੁਸੀਂ ਜਾ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋਵੋ, ਮੈਂ ਤੁਹਾਡੇ ਜੋੜਿਆਂ ਦੀ ਰਾਖੀ ਬਹਿਣਾ। ਸੰਗਤਾਂ ਬੜੀਆਂ ਖੁਸ਼ ਹੋਈਆਂ। ਜਾ ਕੇ ਦਰਬਾਰ ਸਾਹਿਬ ਦੇ ਵਿੱਚ ਉਸ ਵੇਲੇ ਦੇ ਵਿੱਚ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਵੇੜ ਸੁਭਾਇਮਾਨ ਹੈ, ਪ੍ਰਕਾਸ਼ਮਾਨ ਹੈ। ਸੰਗਤਾਂ ਨੇ ਜਾ ਕੇ ਨਤਮਸਤਕ ਹੋ ਕੇ ਹਾਜ਼ਰੀ ਭਰੀ। ਬਾਬਾ ਬੁੱਢਾ ਜੀ ਆਏ, ਉਹਨਾਂ ਆ ਕੇ ਸ਼ਬਦ ਦੀ ਵਿਆਖਿਆ ਕੀਤੀ, ਵਿਚਾਰ ਕੀਤੀ, ਅੰਮ੍ਰਿਤਮਈ ਬਾਣੀ ਦੇ ਕੀਰਤਨ ਹੋਏ, ਸਮਾਪਤੀ ਹੋਈ ਤੇ ਸੰਗਤਾਂ ਪੁੱਛਿਆ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪ ਕਿੱਥੇ ਨੇ, ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਿਉਂ ਨਹੀਂ ਆਏ। ਤਾਂ ਬਾਬਾ ਬੁੱਢਾ ਜੀ ਨੇ ਬਿਆਨ ਕੀਤਾ, ਕਹਿੰਦੇ ਪਿਆਰਿਓ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਿਵੇਂ ਹੋਣ, ਉਹ ਤਾਂ ਸੰਗਤਾਂ ਦੇ ਜੋੜਿਆਂ ਦੀ ਰਾਖੀ ਤੇ ਬੈਠੇ ਆ। ਐਦਾਂ ਦਾ ਸਮਰਪਿਤ ਜੀਵਨ ਹੈ ਗੁਰੂ ਸਾਹਿਬਾਨਾਂ ਦਾ। ਸੰਗਤਾਂ ਦੌੜੀਆਂ ਗਈਆਂ ਪਛਤਾਉਂਦੀਆਂ ਕਿ ਜਿਸ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ ਮਹਿਮਾ ਸੁਣ ਕੇ ਅਸੀਂ ਦਰਸ਼ਨ ਕਰਨ ਆਏ ਸਾਂ, ਉਹੋ ਹੀ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਅਸੀਂ ਆਪਣੀ ਗਠੜੀ ਤੇ ਆਪਣੀ ਜੋੜਿਆਂ ਦੀ ਰਾਖੀ ਤੇ ਛੱਡ ਆਏ। ਇਹ ਤਾਂ ਸਾਡੇ ਕੋਲੋਂ ਬੜੀ ਵੱਡੀ ਕੁਤਾਹੀ ਹੋ ਗਈ, ਗੁਨਾਹ ਹੋ ਗਿਆ। ਜਾ ਕੇ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਮਾਫੀ ਮੰਗਣ ਲੱਗੇ ਤੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸਭਨਾਂ ਨੂੰ ਬੜਾ ਪਿਆਰ ਬਖਸ਼ਿਸ਼ ਕੀਤਾ। ਕਹਿੰਦੇ ਪਿਆਰਿਓ ਸੇਵਾ ਕਰਨੀ ਆਏ ਆ, ਜੇਕਰ ਤੁਹਾਡੀ ਸੇਵਾ ਮੈਨੂੰ ਥੋੜੇ ਚਿਰ ਦੇ ਲਈ ਕਰਨੀ ਪ੍ਰਾਪਤ ਹੋ ਗਈ ਤੇ ਮੇਰਾ ਜੀਵਨ ਸਫਲਾ ਹੋ ਗਿਆ। ਐਦਾਂ ਦੀ ਬਿਰਤੀ ਹੈ। ਐਡੇ ਵੱਡੇ ਅਹੁਦੇ ਤੇ ਬੈਠ ਕੇ ਜਿੱਥੇ ਸੰਗਤ, ਜਿੱਥੇ ਸੰਸਾਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਸਜਦਾ ਕਰਦਾ ਹੈ, ਉੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪ ਇਸ ਦੁਨੀਆ ਦੇ ਵਿੱਚ ਸੇਵਾ ਕਮਾ ਰਹੇ ਹੈ, ਸੇਵਾ ਕਮਾ ਰਹੇ ਹੈ। ਉਹ ਸੇਵਾ ਕਮਾਉਣਾ ਸਾਡੇ ਵੀ ਜੀਵਨ ਦਾ ਮਨੋਰਥ ਹੋਣਾ ਚਾਹੀਦਾ। ਸਰੀਰਕ ਮੌਤ ਦੀਆਂ ਚਿੰਤਾਵਾਂ ਤੋਂ ਬਚੀਏ। ਦੂਜੀ ਮੌਤ ਜਿਹੜੀ ਸਾਨੂੰ ਘੇਰਦੀ ਹੈ ਨਾ ਗੁਰੂ ਪਿਆਰਿਓ, ਉਹ ਮੌਤ ਹੈ ਜ਼ਮੀਰ ਦੀ ਮੌਤ, ਬੜੀ ਭਿਆਨਕ ਹੈ। ਜ਼ਮੀਰ ਦੀ ਮੌਤ ਕਿਹੜੀ ਹੈ? ਜਿਉਂਦਿਆਂ ਜੀ ਸੰਸਾਰ ਤੇ ਰਹਿੰਦਿਆਂ ਜਦੋਂ ਸਾਡੀ ਆਤਮਾ ਮਰ ਜਾਏ, ਜਦੋਂ ਸਾਡੀ ਜ਼ਮੀਰ ਮਰ ਜਾਏ, ਤਾਂ ਫਿਰ ਉਦੋਂ ਇਹ ਇਨਸਾਨ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ। ਮੇਰੇ ਪਾਤਸ਼ਾਹ ਜੀ ਆਖਦੇ ਨੇ, ਸਤਿਗੁਰ ਜਿਨੀ ਨਾ ਸੇਵਿਓ, ਜਿਨ੍ਹਾਂ ਗੁਰੂ ਦੀ ਸੇਵਾ ਨਾ ਕੀਤੀ, ਸ਼ਬਦ ਨਾ ਕੀਤੋ ਵਿਚਾਰ, ਜਿਨ੍ਹਾਂ ਗੁਰੂ ਦੇ ਸ਼ਬਦ ਦੀ ਵਿਚਾਰ ਨਾ ਕੀਤੀ, ਅੰਤਰ ਗਿਆਨ ਨਾ ਆਇਓ, ਜਿਨ੍ਹਾਂ ਦੇ ਅੰਦਰ ਗੁਰੂ ਦਾ ਗਿਆਨ ਪ੍ਰਗਟ ਹੀ ਨਾ ਹੋ ਸਕਿਆ, ਮ੍ਰਿਤਕ ਹੈ ਸੰਸਾਰ। ਮੇਰੇ ਪਾਤਸ਼ਾਹ ਆਖਦੇ ਨੇ ਐਸਾ ਸੰਸਾਰ ਮ੍ਰਿਤਕਾਂ ਦੇ ਸਮਾਨ ਹੈ। ਜਿਉਂਦਿਆਂ ਜੀ ਮ੍ਰਿਤਕਾਂ ਦੇ ਸਮਾਨ ਹੈ। ਮੇਰੇ ਪਾਤਸ਼ਾਹ ਆਖਦੇ ਨੇ ਐਸੇ 84 ਲੱਖ ਦੇ ਵਿੱਚ ਭਟਕਦੇ ਆ। ਕਿਵੇਂ ਭਟਕਦੇ ਆ? ਸੁਖਮਨੀ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਨੇ ਬਿਆਨ ਕੀਤਾ, ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜ਼ਾਤ। ਸਰੀਰ ਬੰਦਿਆਂ ਵਾਲਾ ਹੈ, ਦੇਖਣ ਨੂੰ ਪਹਿਚਾਨ ਇਨਸਾਨਾਂ ਵਾਲੀ ਹੈ। ਜਿੱਦਾਂ ਅਸੀਂ ਸੰਸਾਰ ਦੇ ਵਿੱਚ ਜਾਤਾਂ ਫੈਲਾਈਆਂ ਨੇ ਨਾ, ਸਾਡੀ ਦਿੱਖ ਨੂੰ ਦੇਖ ਕੇ ਲੱਗਦਾ ਜੀ ਇਹ ਸਿੱਖ ਹੈ, ਦਿੱਖ ਤੋਂ ਅਸੀਂ ਪਹਿਚਾਨ ਕਰਦੇ ਹਾਂ ਇਹ ਮੁਸਲਮਾਨ ਹੈ। ਸਾਡੀ ਦਿੱਖ ਤੋਂ ਸਾਡੀ ਪਹਿਚਾਨ ਹੁੰਦੀ ਹੈ ਕਿ ਜੀ ਇਹ ਇਨਸਾਨ ਹੈ, ਇਹ ਜਾਨਵਰ ਹੈ। ਮੇਰੇ ਪਾਤਸ਼ਾਹ ਆਖਦੇ ਨੇ ਦਿੱਖ ਦੇ ਕਰਕੇ ਤੂੰ ਇਨਸਾਨ ਲੱਗਦਾ ਹੈ, ਪਰ ਤੇਰੀ ਕਰਤੂਤ ਇਨਸਾਨਾਂ ਵਾਲੀ ਨਹੀਂ, ਤੇਰੀ ਕਰਤੂਤ ਹੈ ਜਾਨਵਰਾਂ ਵਾਲੀ। ਕਰਤੂਤ ਪਸ਼ੂ ਕੀ ਮਾਨਸ ਜ਼ਾਤ, ਲੋਕ ਪਚਾਰਾ ਕਰੇ ਦਿਨ ਰਾਤ। ਸੰਸਾਰ ਦੇ ਵਿੱਚ ਦਿਖਾਉਂਦਾ ਫਿਰਦਾ ਵੀ ਮੈਂ ਬੜਾ ਵੱਡਾ ਗਿਆਨੀ ਇਨਸਾਨ। ਮੇਰੇ ਪਾਤਸ਼ਾਹ ਆਖਦੇ ਨਹੀਂ, ਤੇਰੀ ਜ਼ਮੀਰ ਮਰੀ ਹੋਈ ਹੈ। ਇਸ ਮਰੀ ਜ਼ਮੀਰ ਕਰਕੇ ਹੀ ਤੂੰ ਆਪ ਦੀਆਂ ਕਮਾਈਆਂ 'ਚ ਵਾਧਾ ਕਰਨ ਕਰਕੇ ਲੋਕਾਂ ਨੂੰ ਲੁੱਟਦਾ ਆ, ਲੋਕਾਂ ਨੂੰ ਠੱਗਦਾ ਹੈ। ਆਪ ਦੇ ਘਰੇ ਧੀ ਭੈਣ ਹੋਵੇ, ਇਸ ਦੇ ਬਾਵਜੂਦ ਵੀ ਤੂੰ ਬਗਾਨੇ ਰੂਪ ਨੂੰ ਗੰਦੀਆਂ ਨਜ਼ਰਾਂ ਦੇ ਨਾਲ ਤੱਕਦਾ ਹੈ, ਕਿਉਂਕਿ ਜ਼ਮੀਰ ਮਰੀ ਹੋਈ ਹੈ। ਜ਼ਮੀਰਾਂ ਮਰੀਆਂ ਦੇ ਹੀ ਲੱਛਣ ਨੇ ਕਿ
रूप वेख के डुल जाना है, पदार्थ वेख के डुल जाना है, धन दौलत देख के डुल जाना है, तृष्णा की अग दे विच सड़दा पिया है, ये मरी जमीर के लक्षण ने। ते जेकर इस आत्मक मौत तो बचना है तो फिर तीसरी मौत प्रवान करनी पेगी। वो तीसरी मौत है शब्द मरो, फिर जीवो सद ही, ता फिर मरण ना होए। अपने आप नूं शब्द दे हवाले करना पेगा, करना चाहिदा है। इस शब्द की मौत नूं प्रवान कर लीए। शब्द की मौत की है? अपने आप नूं शब्द के हवाले इउं कर दिओ कि जो गुर कहे सोई भल मानो, हर हर कथा निराली, कि गुरु का आख्या ही मेरे पल्ले पे। जिद्दां दा जीवन का सिद्धांत शब्द ने बख्शिश किया है, वो जीवन ही मेरा जीवन हो। संसारक गल्लां दा, लोकां दे आख्यां दा मेरे ते कोई प्रभाव ना पे। अब हम चली ठाकुर पहार, जब हम शरण प्रभु की आई, राख प्रभु भावे मार, लोकन की चतुराई उपमा, ते बैसंतर जार, कोई भला कहो भावे बुरा कहो, हम तन दियो है टार। इदां दी अवस्था आ जाए। ਤੁਹਾਡੇ ਗੁਰਮਤ वाले जीवन ਨੂੰ देख के भी बड़ियां टोका टाकियां लगणगीਆਂ। संसार बड़ा कुछ आखदा है, वो कोई गल नहीं, संसार के मुताबिक भी चलीदा है। दुनियावी रोह रीतां भी देखणियां चाहीदियां ने। दुनियावी रोह रीत वो देखो जिहड़ी किसी का भला करदी होवे। जिहड़ी दुनियावी रोह रीत केवल सानू गलतान करदी है, केवल सानू भ्रष्ट करदी है, ऐसी रोह रीत नूं असीं मारना सी, खत्म करना सी, असीं अजे भी धारण करी बैठे हैं। रीतां तां दाज दियां भी चलदियां सी, गुरु पातशाह जी ने बंद कराइयां कि नहीं? रीतां तां सती प्रथा दियां भी चलदियां सी, वो भी मान वडियाइयां दे नाल गुरु अमरदास जी ने बंद कराई कि नहीं? रीत तां उन्हां वेलिਆਂ ਦੇ ਵਿੱਚ ਘੁੰਡ ਦੀ भी चलदी सी, गुरु पातशाह जी ने बंद कराई कि नहीं? किन्नियां भैड़ियां रीतां गुरु पातशाह जी ने बंद कराइयां। मेरे पातशाह जी आखदे ने रीत वो है जिहदे नाल तेरी परमात्मा नाल बन के निभ जाए। वो रीत नहीं जिहड़ी रीत दूजियां दा घर उजाड़े ते आप दा भी नुकसान करावे। ऐसियां रीतां कोई रीतां नहीं हुंदियां। इस करके अपने आप को शब्द के हवाले कर दो, ताकि संसारक वो गल्लां जिहड़ियां नुकसानदेह ने उन्हां दा साडे ते कोई प्रभाव पवे ही ना। असीं लोक लालच दे विच ना आईए, असीं दिखाविਆਂ दी अग दे विच ना झुलस जाइए, क्योंकि ये दिखाविਆਂ दी अग एडी भयानक है कि ये कदे बुझदी नहीं बुझदी। वस्त्र अकाल पुरख ने बख्शिश कीते ने तन ढकण दे वास्ते, असीं इहनूं दिखावे दा माध्यम बना लिया ते दिखावे दा माध्यम ऐसा बनिया कि असीं रज नहीं पा रहे। रजांगे कितों? जेकर तन ढकण दा हीला वसीला बनाया हुंदा ते थोड़ियां वस्त्रां 'च भी गुजारा होना सी, क्योंकि हुण दिखावे दा माध्यम बना लिया। इस करके एक बार पाया दूजी बार किसी फंक्शन ते पाउण दा जी नहीं करदा, क्योंकि देखिया होया है। ते नवां लैण दे लई पैसे चाहीदे ने, पैसों के लिए मेहनत, और मेहनत तो अलावा होर पुठे सीधे वसीले, सिर्फ अपनी उस परसनैलिटी नूं कायम रखण दे लई जिहड़ी फेक है, जिहड़ी विखावे दी है। अंदरों साडा जीवन खोखला है। साडी अवस्था तां उस खखड़ी वर्गी है जिहड़ी अपने मुੱਢ तो अपने अक दे कोलों टुट चुकी है। पातशाह आखदे ने खखड़ियां सुहावियां लगड़ियां अक कंठ। जदों तक खखड़ियां अक नूं लगियां होण उदों तक हरियां भरियां सोहणियां लगदियां ने, बिरहा विछोड़ा धनी स्यों। पर जदों उन्हां खखड़ियां दा विछोड़ा अपने खसम नाल होया, नानक सहसे गंठ, जदों टुटियां ते सुक गईयां, जदों सुकियां ते सुक के हज़ारां हिस्सियां दे विच खिंडर गईयां। साडा जीवन इदां दा हो गया। गुरु पातशाह जी ने इसे करके इत्थे आख्या है, आखां जीवां विसरै मर जाऊं। जदों तक परमात्मा का नाम जपदा, जदों तक चेता करदा, उदों तक जीवन चलदा है। पर जदों मेरे अंदरों परमात्मा जी विसर जाण ते मेरी आत्मा की मौत हो जाती है, क्योंकि उदों दुनियावी प्रभाव असीं कबूल लैंदे हैं, और वो दुनियावी प्रभाव चंगा भी ते माड़ा भी दोनों ही कबूल लैंदे हैं। और बहुतांत माड़ा कबूलण दी है, चंगा कबूलण दी बड़ी घट है।
ਕਿਉਂਕਿ ਮਾੜਾ ਪ੍ਰਭਾਵ ਛੇਤੀ ਪੈਂਦਾ ਹੈ, ਚੰਗਾ ਪ੍ਰਭਾਵ ਕਬੂਲਣਾ ਥੋੜਾ ਜਿਹਾ ਔਖਾ ਲੱਗਦਾ ਹੈ। ਜਵਾਕ ਨੂੰ ਚੰਗੀਆਂ ਚੀਜ਼ਾਂ ਸਿਖਾਓ, ਬਾਰ-ਬਾਰ ਕਹਿ ਕੇ ਰਟਾਉਣੀਆਂ ਪੈਂਦੀਆਂ ਨੇ। ਗਾਲ ਕੋਈ ਨਹੀਂ ਸਿਖਾਉਂਦਾ, ਉਹ ਸੁਣ ਕੇ ਹੀ ਸਿੱਖ ਜਾਂਦਾ ਹੈ। ਜੀ ਕਹਿਣਾ ਸਿਖਾਉਣਾ ਪੈਂਦਾ ਹੈ, ਤੂੰ ਤੜਾਕ ਉਹਨੂੰ ਸਿਖਾਉਣਾ ਨਹੀਂ ਪੈਂਦਾ, ਉਹ ਆਪੇ ਹੀ ਸਿੱਖ ਜਾਂਦਾ ਹੈ। ਖੈਰ ਗੁਰੂ ਪਾਤਸ਼ਾਹ ਜੀ ਆਖਦੇ ਨੇ, ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ, ਖਾਏ ਚੱਲੀਏ ਦੁੱਖ। ਗੁਰੂ ਪਾਤਸ਼ਾਹ ਜੀ ਆਖਦੇ ਨੇ, ਜਿਸ ਮਨੁੱਖ ਦੇ ਅੰਦਰ ਸਦਾ ਸਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਗਈ, ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਉਸ ਤਾਂਘ ਦੀ ਬਰਕਤ ਨਾਲ ਹਰ ਨਾਮ ਭੋਜਨ ਖਾ ਕੇ ਉਸ ਦੇ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਸਾਡੇ ਜੀਵਨ ਦੇ ਵਿੱਚ ਬਹੁਤੇ ਜਿਹੜੇ ਦੁੱਖ ਨੇ ਨਾ, ਉਹ ਹਉਮੈ ਦੇ ਨੇ। ਮੈਨੂੰ ਨਹੀਂ ਪੁੱਛਿਆ, ਮੈਨੂੰ ਨਹੀਂ ਦੱਸਿਆ, ਮੈਨੂੰ ਨਹੀਂ ਕੀਤਾ, ਮੈਨੂੰ ਨਹੀਂ ਦਿੱਤਾ, ਇਹ ਦੁੱਖ ਜ਼ਿਆਦਾ ਨੇ। ਮੈਨੂੰ ਦੇਖ ਕੇ ਇਗਨੋਰ ਕਰ ਗਿਆ, ਮੈਨੂੰ ਦੇਖ ਕੇ ਅਣਦੇਖਿਆ ਕਰ ਗਿਆ, ਮੈਨੂੰ ਕਿਸੇ ਰੋਟੀ ਨਹੀਂ ਪੁੱਛੀ, ਮੈਨੂੰ ਕਿਸੇ ਚਾਹ ਨਹੀਂ ਪੁੱਛੀ, ਮੈਨੂੰ ਕਿਸੇ ਪਾਣੀ ਨਹੀਂ ਪੁੱਛਿਆ, ਮੈਨੂੰ ਕਿਸੇ ਨੇ ਉੱਚੇ ਸ਼ਬਦ ਬੋਲ ਦਿੱਤੇ, ਮੈਨੂੰ ਕਿਸੇ ਨੇ ਨੀਵੇਂ ਬੋਲ ਦਿੱਤੇ। ਤੁਸੀਂ ਦੇਖੋ, ਅੱਗੇ ਅਕਾਲ ਪੁਰਖ ਦੀ ਇੱਕ ਵਡਿਆਈ ਦੇ ਬੋਲ ਆਣਗੇ, ਉਹ ਜੀਵਨ ਦੇ ਵਿੱਚ ਕਮਾਉਣ ਵਾਲੇ ਨੇ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਤੇਰੇ ਜੀਵਨ ਦੇ ਬਹੁਤੇ ਦੁੱਖ ਦੂਰ ਹੋ ਜਾਣਗੇ ਜਦੋਂ ਤੂੰ ਆਪਣਾ ਆਪ ਉਸ ਅਕਾਲ ਪੁਰਖ ਨੂੰ ਸੌਂਪ ਦਿੱਤਾ ਤੇ ਆਪਣੇ ਆਪ ਨੂੰ ਜਲ ਤਰੰਗ ਔਰ ਫੇਨ ਬੁੱਧਬੁਦਾ ਜਲ ਤੇ ਪਿੰਨਾ ਹੋਈ। ਇਹ ਗੱਲ ਜਾਣ ਕੇ ਸਮਝ ਜਾਏਗਾ ਕਿ ਅਸੀਂ ਤਾਂ ਉਹਨਾਂ ਤਰੰਗਾਂ ਵਰਗੇ, ਉਹਨਾਂ ਬੁਲਬੁਲਿਆਂ ਵਰਗੇ, ਉਸ ਝੱਗ ਵਰਗੇ ਆ ਜਿਹੜੇ ਸਮੁੰਦਰ ਦੇ ਵਿੱਚ ਆ। ਸਾਡਾ ਜੀਵਨ ਮਾਤਰ ਖਿਣ ਮਾਤਰ ਦਾ ਹੈ ਤੇ ਅਸੀਂ ਦੁਬਾਰਾ ਉਸ ਸਮੁੰਦਰ ਦੇ ਵਿੱਚ ਸਮਾ ਜਾਣਾ ਹੈ ਤੇ ਸਾਡਾ ਜੀਵਨ ਉਸ ਸਮੁੰਦਰ ਤੋਂ ਬਿਨਾਂ